सत श्री अकाल। हमदर्द टीवी देखने वाले सारे दर्शकों का बहुत बहुत स्वागत है प्रोग्राम इमीग्रेशन मैटर्स विच। मैं हाँ तरनजीत कौर घुम्मन। दोस्तों 2021 चढ़ चुका है। अजिहे दे विच हालांकि कोरोना वायरस तो अजे निजात नहीं मिली है, पर काफ़ी ज़्यादा तब्दीलियां जिहड़ियां आउणियां शुरू हो चुकियां ने। अजिहे विच कैनेडा इमीग्रेशन दे विच की नवीं तब्दीलियां आईयां ने ते नवें साल दे विच हुण किवें दा रहेगा कैनेडियन इमीग्रेशन। कैनेडियन इमीग्रेशन संबंधी तुहाडा कोई सवाल है सानू अज के लाइव प्रोग्राम में तुसीं सानू कॉल कर सकते हो। अज बुधवार ते साडे नाल जुड़े हुए ने इस वक्त तुहाडे सवालों के जवाब देने लई ते कैनेडियन इमीग्रेशन संबंधी वधेरे जानकारी देने लई आईसीसी इमीग्रेशन तो मिस्टर मनु दत्ता। बहुत बहुत स्वागत है सर। तरन जी थैंक यू वेरी मच। सब तो पहला तो तुहानू ते सारे ही व्यूअर्स नू आईसीसी इमीग्रेशन की समुची टीम वालों एमडी ते आरडी वालों प्यार भरी ते निੱਘੀ सत श्री अकाल, नमस्कार ते आदाब एंड विशिंग यू एंड ऑल द व्यूअर्स अ वेरी हैप्पी हेल्दी एंड प्रॉस्परस 2021। सर हमदर्द की टीम वनियो भी ते सारे व्यूअर्स वनियो तुहानू भी बहुत बहुत मुबारक। थैंक यू सो मच सर। नवे साल की गल करिए, नवा साल चढ़ चुका है ते 2020 पिछे आपां हुण छड्ड आए हां ते उम्मीद करदे हां 2021 ਜਿਹੜੇ इस वक्त कैनेडा विच आउणा चाहुंदे ने उन्हां लई भी वधिया होवे ते ਜਿਹੜੇ कैनेडा विच ने उन्हां लई भी वधिया होवे। एब्सोल्युटली। आपां गल करिए इमीग्रेशन सिस्टम दी 2021 विच की हुण लेटेस्ट इन्फॉर्मेशन इस वेले दी सामने आई है। तरन जी पहले तो 2021 ना एक नवी उम्मीद लेके आया। 2020 ਦੇ ਵਿੱਚ पीपल वर डिसअपॉइंटेड पैंडेमिक करके हर आदमी परेशान ਸੀਗਾ, बट 2020 ਨਾਲ 2021 ਨਾਲ ਬਹੁਤ ਸਾਰੀ ਉਮੀਦਾਂ ਹਰ ਇੱਕ ਨੂੰ ਹੈਗੀਆਂ। ਵੈਕਸੀਨ ਨੇ ਇੱਕ ਨਵੀਂ ਉਮੀਦ ਦੀ ਲਹਿਰ ਕ੍ਰੀਏਟ ਕਰ ਦਿੱਤੀ ਹੈਗੀ, ਪੋਜ਼ਿਟਿਵਿਟੀ ਨਜ਼ਰ ਆ ਰਹੀ ਹੈ। ਸੋ देयर इज़ लॉट ऑफ पॉजिटिविटी अराउंड। ਅਸੀਂ ਇਮੀਗ੍ਰੇਸ਼ਨ ਐਸਪੈਕਟ ਦੇ ਨਾਲ ਜੇ ਗੱਲ ਕਰੀਏ ਤੇ 2021 ਇਜ਼ ਗੋਇੰਗ ਟੂ ਬੀ ਟੂ ਅ ਗ੍ਰੇਟ ਈਅਰ ਫॉर ਇਮੀਗ੍ਰੇਸ਼ਨ। ਦ ਰੀਜ਼ਨ ਇਜ਼ ਪਹਿਲੀ ਤਾਂ ਇੱਕ ਜਿਹੜਾ ਟੀਚਾ ਰੱਖਿਆ ਗਿਆ ਵਿਚ ਇਜ਼ ਅ ਵੈਰੀ ਵੈਰੀ ਇਨਕਰੇਜਿੰਗ ਟਾਰਗੇਟ ਜਿਹੜਾ ਰੱਖਿਆ ਗਿਆ 4,01,000 ਇਮੀਗ੍ਰੈਂਟਸ ਦਾ ਟਾਰਗੇਟ ਫॉर 2021 ਇਟ ਇਜ਼ ਅ अमेजिंग टारगेट। 2022 वास्ते 4,11,000, 2023 वास्ते 4,21,000 विच इज़ एन अमेजिंग टारगेट। सो अगले 3 सालों का ਇਹ ਟਾਰਗੇਟ ਰੱਖਣ ਦਾ ਮਤਲਬ ਇਹ ਹੈਗਾ ਕਿ ਸਾਡੀ ਜਿਹੜੀ ਪ੍ਰੋਸਪੈਕਟਿਵ ਹੈਗੀ, ਸਾਡਾ ਜਿਹੜਾ ਅਪਰੋਚ ਹੈਗਾ, ਜਿਹੜਾ ਸਾਡੀ ਥਿੰਕਿੰਗ ਹੈਗੀ ਹੈ ਉਹ ਅਗਾਂਹ ਵਧੂ ਥਿੰਕਿੰਗ ਹੈਗੀ ਇਸ ਟਾਈਮ ਤੇ। ਵੀ ਵਾਂਟ ਲੋਟ ਆਫ ਇਮੀਗ੍ਰੈਂਟਸ ਟੂ ਕਮ ਇਨ। ਦ ਰੀਜ਼ਨ ਇਸ ਕਿ ਇਕਨੋਮਿਕ ਰਿਵਾਈਵਲ ਵਾਸਤੇ ਅਸੀਂ ਬਾਰ-ਬਾਰ ਕਹਿੰਦੇ ਆ ਰਹੇ ਹਾਂ ਐਂਡ ਜਿਹੜੀਆਂ ਸਟੇਟਮੈਂਟਸ ਵੀ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਸਾਡੇ ਐਂਡ ਸਾਡੇ ਫਾਈਨੈਂਸ ਮਿਨਿਸਟਰ ਵੱਲੋਂ ਐਂਡ ਜਿੰਨੀ ਵੀ ਪੋਲੀਟੀਕਲ ਸਟੇਟਮੈਂਟਸ ਆ ਰਹੀਆਂ ਹੈਗੀਆਂ ਉਹਦੇ ਤੋਂ ਇਹੀ ਨਜ਼ਰ ਆ ਰਿਹਾ ਕਿ ਵੀ ਲੁੱਕ ਫਾਰਵਰਡ ਫॉर ਇਮੀਗ੍ਰੈਂਟਸ। ਇਮੀਗ੍ਰੈਂਟਸ ਜਦੋਂ ਵੀ ਆਉਣਗੇ, ਇਮੀਗ੍ਰੈਂਟਸ ਪੈਸਾ ਲੈ ਕੇ ਆਉਣਗੇ, ਇੱਥੇ ਆ ਕੇ ਇਕੋਨਮੀ ਦੇ ਵਿੱਚ ਆਪਣਾ ਯੋਗਦਾਨ ਦੇਣਗੇ, ਬਿਜ਼ਨੈਸਿਸ ਬਾਏ ਕਰਨਗੇ, ਜੌਬ ਮਾਰਕੀਟ ਜੌਬ ਕ੍ਰੀਏਟ ਕਰਨ ਦੇ ਹੈਲਪ ਕਰਨਗੇ। ਉਸ ਤੋਂ ਬਾਅਦ ਜੇ ਇਵਨ ਉਹ ਜੌਬ ਵੀ ਕਰਦੇ ਨੇ, ਕੋਈ ਵੀ ਜੌਬ ਕਰਦੇ ਨੇ, ਉਹ ਜਿਹੜੀ ਕੈਨੇਡੀਅਨ ਲੇਬਰ ਸ਼ਾਰਟੇਜ ਹੈ ਉਹਨੂੰ ਫੁੱਲਫਿਲ ਕਰਨਗੇ। ਸੋ ਬਹੁਤ ਸਾਰੀਆਂ ਉਮੀਦਾਂ ਇਮੀਗ੍ਰੈਂਟਸ ਤੋਂ ਹੈਗੀਆਂ ਇਸ ਟਾਈਮ ਤੇ। ਐਂਡ ਤੁਸੀਂ ਇੱਕ ਚੀਜ਼ ਦੇਖੋ ਕਿ GTA ਦੀ ਜਾਂ ਰੀਅਲ ਏਸਟੇਟ ਦੀ ਮਾਰਕੀਟ ਦੇਖੀ ਅਸੀਂ, ਇਟ ਹੈਜ਼ ਬੀਨ ਸਟੈਗਨੈਂਟ ਰਾਦਰ ਗੋਇੰਗ ਸਟਰੋਂਗ। ਇੰਡੀਆ ਦੇ ਵਿੱਚ ਅਸੀਂ ਦੇਖਿਆ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਦੇਖਿਆ ਕਿ ਇਕੋਨਮੀ ਹੈਜ਼ ਦ ਰੀਅਲ ਏਸਟੇਟ ਪ੍ਰਾਈਸਿਸ ਹੈਵ ਗੋਨ ਡਾਊਨ ਐਂਡ ਜਿਹੜੀ ਇਸ ਚੀਜ਼ ਨੇ ਬਹੁਤ ਡੀਪ ਇੰਪੈਕਟ ਦਿੱਤਾ ਹੈਗਾ ਕੋਵਿਡ ਪੈਂਡੈਮਿਕ ਨੇ। ਬਟ ਕੈਨੇਡਾ ਦੇ ਵਿੱਚ ਉਹੀ ਕੋਵਿਡ ਤੇ ਇੱਥੇ ਵੀ ਸੀਗਾ, ਬਟ ਜਿਹੜੀਆਂ ਰੀਅਲ ਏਸਟੇਟ ਪ੍ਰਾਈਸਿਸ ਹੈਗੀਆਂ ਜਾਂ ਬਿਜ਼ਨਸ ਦੀਆਂ ਪ੍ਰਾਈਸਿਸ ਹੈਗੀਆਂ ਦੇ ਹੈਵ ਗੋਨ ਫਰਦਰ ਅਪ। So it is only because of the immigrants who are coming into these areas। ਬਿਲਕੁਲ ਸਰ, ਜਿਵੇਂ ਆਪਾਂ ਗੱਲ ਕਰੀਏ 2020 ਦੇ ਅਖੀਰਲੇ ਪ੍ਰੋਗਰਾਮ ਵਿੱਚ ਵੀ ਆਪਾਂ ਨੂੰ ਕਈਆਂ ਨੇ ਕਾਲ ਕੀਤੀਆਂ ਸੀਗੀਆਂ ਤੇ ਪੁੱਛ ਰਹੇ ਸੀ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਦੇ ਬਾਰੇ ਵਿੱਚ ਕਿ ਉਹਨਾਂ ਨੇ ਐਪਲੀਕੇਸ਼ਨਸ ਅਜੇ ਲੈ ਲਈਆਂ ਨੇ, ਡਰਾਅ ਕਦੋਂ ਤੱਕ ਨਿਕਲਣ ਦੀ ਸੰਭਾਵਨਾ। ਤੇ ਉਸ ਵੇਲੇ ਆਪਾਂ ਵੀ ਕਹਿ ਰਹੇ ਸੀ ਕਿ ਸ਼ਾਇਦ ਮਾਰਚ ਦੇ ਨਜ਼ਦੀਕ ਨਿਕਲ ਸਕਦਾ ਆ, ਪਰ 2021 ਦੀ ਸ਼ੁਰੂਆਤ ਵਿੱਚ ਹੀ ਚੜ੍ਹਦੇ ਅਸੀਂ ਕਹਿ ਸਕਦੇ ਹਾਂ ਵੀਕ ਦੇ ਵਿੱਚ ਹੀ ਸਰਕਾਰ ਨੇ ਕੁਝ ਨਵਾਂ ਇੱਥੇ ਫਰਮਾਨ ਜਾਰੀ ਕੀਤਾ ਤੇ ਕੁਝ ਨਵੀਂ ਉਮੀਦ ਲੈ ਕੇ ਆਏ ਨੇ। ਸੋ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਜਿਹੜਾ ਇਸ ਵਕਤ ਡਰਾਅ ਨਿਕਲਿਆ ਵਾ ਉਹਦੇ ਬਾਰੇ ਜ਼ਰੂਰ ਗੱਲ ਕਰਨਾ ਚਾਹਾਂਗੇ। ਕਿੰਨੀਆਂ ਐਪਲੀਕੇਸ਼ਨਸ ਇਨਵਾਈਟ ਕੀਤੀਆਂ ਨੇ? ਤਰਨ ਹਾਲੇ ਜਿਹੜੀਆਂ 2020 ਦਾ ਟਾਰਗੇਟ ਸੀਗਾ ਉਹ 10,000 ਐਪਲੀਕੇਸ਼ਨਸ ਦਾ ਸੀਗਾ। ਸੋ 6 जनवरी ऑनवर्ड्स फ्रॉम सिंस यस्टरडे ड्रॉज आने शुरू हो गए ने। सो पिकअप होनियां शुरू हो गई ड्रॉज ਦੇ ਵਿੱਚ ਤੁਹਾਡੇ ਪੇਰੈਂਟਸ ਦਾ ਨਾਮ ਵੀ ਆ ਸਕਦਾ ਜੇ ਤੁਸੀਂ ਐਪਲੀਕੇਸ਼ਨ ਪੁੱਟ ਅਪ ਕੀਤੀ ਸੀਗੀ। ਸੋ 10,000 ਐਪਲੀਕੇਸ਼ਨਸ ਟੋਟਲ ਪਿਕਅਪ ਹੋਣੀਆਂ ਹੈਗੀਆਂ ਐਂਡ ਅਗਲੇ 10 ਦਿਨਾਂ ਤੱਕ ਡਰॉज ਤੁਹਾਡੇ ਈਮੇਲ ਦੇ ਵਿੱਚ ਆ ਸਕਦੇ ਨੇ। ਸੋ ਐ ਨਹੀਂ ਕਿ ਜੇ ਕੱਲ ਤੁਹਾਡਾ ਪੇਰੈਂਟਸ ਦਾ ਡਰॉ ਨਹੀਂ ਪਿਕ ਹੋਇਆ ਤੇ ਯੂ ਆਰ ਡਨ ਫॉर 2020। ਤੁਹਾਡੇ ਕੋਲ ਹਾਲੇ 10 ਹੋਰ ਦਿਨ ਦੀ ਉਮੀਦ ਹੈਗੀ ਹੈ। ਸੋ ਤੁਹਾਡੇ ਕੋਲ ਟਾਈਮ ਵੀ ਹੈਗਾ ਆ, ਬਟ ਆਪਣੇ ਈਮੇਲ ਆਈਡੀਜ਼ ਜ਼ਰੂਰ ਚੈੱਕ ਕਰੋ। ਜਿਹੜੀ ਵੀ ਈਮੇਲ ਤੁਸੀਂ ਦਿੱਤੀ ਸੀ ਉਸ ਟਾਈਮ ਤੇ ਐਪਲੀਕੇਸ਼ਨ ਲਗਾਉਣ ਵੇਲੇ ਉਸ ਦੇ ਵਿੱਚ ਕਿਤੇ ਜੰਕ ਈਮੇਲ ਦੇ ਵਿੱਚ ਤਾਂ ਚਲਾ ਨਹੀਂ ਗਿਆ, ਬਿਕੋਜ਼ ਇਹ ਤੁਸੀਂ ਇਫ ਯੂ ਗੈਟ ਪਿਕਡ ਅਪ ਐਂਡ ਤੁਹਾਡੀ ਈਮੇਲ ਜੰਕ ਦੇ ਵਿੱਚ ਪਈ ਰਹੀ, ਯੂ ਵਿਲ ਬੀ ਦ ਮੋਸਟ ਅਨਲੱਕੀ ਪਰਸਨ। ਸੋ
ਤੁਹਾਡੇ ਕੋਲ ਟਾਈਮ ਤਾਂ ਵੈਸੇ 60 ਡੇਜ਼ ਦਾ ਹੈਗਾ ਆ, ਬਟ ਡੂ ਨਾਟ ਲੂਜ਼ ਟਰੈਕ ਆਫ ਦੋਜ਼ ਜਿਹੜਾ ਇਨਵੀਟੇਸ਼ਨਸ ਆ ਰਹੇ ਨੇ। ਸੋ ਕੀਪ ਫੋਲੋਇੰਗ ਅਪ। ਜੇ ਤੁਹਾਨੂੰ ਆਇਆ ਤੇ ਤੁਹਾਡੇ ਕੋਲ 60 ਦਿਨ ਦਾ ਟਾਈਮ ਹੈਗਾ ਬੇਸਿਕਲੀ ਟੂ ਪੁੱਟ ਅਪ ਅ ਕੰਪਲੀਟ ਐਪਲੀਕੇਸ਼ਨ। ਬਟ ਅਗੇਨ ਜੇ ਕੋਵਿਡ ਕਰਕੇ ਤੁਹਾਨੂੰ ਲੱਗਦਾ ਕਿ ਟਾਈਮ ਸਾਨੂੰ ਹੋਰ ਲੈਣਾ ਪਏਗਾ ਤੇ ਤੁਹਾਨੂੰ ਹੋਰ ਵੀ ਤੁਸੀਂ ਟਾਈਮ ਗਵਰਨਮੈਂਟ ਤੋਂ ਮੰਗ ਸਕਦੇ ਹੋ, ਬਟ ਯੂ ਆਰ ਅ ਲੱਕੀ ਵਨ। ਉਸ ਤੋਂ ਬਾਅਦ 2021 ਦੇ ਵਿੱਚ ਜਿਹੜਾ ਡਰਾ ਹੈਗਾ ਤਰਨ ਜੀ, ਉਹ 30,000 ਐਪਲੀਕੇਸ਼ਨਸ ਦਾ ਹੈਗਾ। ਸੋ 30,000 ਐਪਲੀਕੇਸ਼ਨਸ ਇਸ ਸਾਲ ਦੇ ਵਿੱਚ ਹੋਰ ਐਕਸੈਪਟ ਕੀਤੀਆਂ ਜਾਣਗੀਆਂ, ਜਿਹਦਾ ਡਰਾ ਆਉਣ ਵਾਲੇ ਮਾਰਚ ਅਪ੍ਰੈਲ ਦੇ ਵਿੱਚ ਐਕਸਪੈਕਟਡ ਹੈਗਾ। ਸੋ ਜਿੰਨੇ ਵੀ ਦੋਸਤਾਂ ਨੇ ਪੇਰੈਂਟਸ ਦੀ ਐਪਲੀਕੇਸ਼ਨ ਲਗਾਈ ਸੀਗੀ, ਆਪਣੇ ਈਮੇਲਸ ਦਾ ਜ਼ਰੂਰ ਖਿਆਲ ਕਰਿਆ ਜੀ। ਗੱਲ ਕਰਾਂਗੇ ਇਹਦੇ ਬਾਰੇ ਵਿੱਚ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਕੈਲਗਰੀ ਤੋਂ ਬੋਲ ਰਹੀ ਹਾਂ ਜੀ। ਦੱਸੋ ਜੀ ਕੀ ਸਵਾਲ ਹੈ? ਹਾਂਜੀ, ਉਹ ਐਕਚੁਅਲੀ ਮੈਂ ਪੁੱਛਣਾ ਸੀ, ਜਿਹੜੇ ਲਾਈਕ ਪੇਰੈਂਟਸ ਦੀ ਫਾਈਲਾਂ ਲਾ ਰਹੇ ਹਾਂ ਨਾ ਆਪਾਂ ਜੀ, ਉਹ ਸਾਨੂੰ ਕੱਲ ਮੈਸੇਜ ਆਇਆ ਕਿ ਉਹ ਲਾਈਕ ਅੱਗੇ ਸਾਡੇ ਡਾਕੂਮੈਂਟ ਮੰਗ ਸਕਦੇ ਆ ਨੈਕਸਟ ਵੀਕ ਤੱਕ। ਸੋ ਇਟ ਮੀਨਸ ਉਹਨਾਂ ਨੇ ਫਾਈਲ ਚੱਕ ਲਈ ਹੈ ਸਾਡੀ। ਜੇ ਤੁਹਾਨੂੰ ਮੈਸੇਜ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਤੋਂ ਆਇਆ, ਉਹਦੇ 'ਚ ਇਹ ਨਹੀਂ ਹੋਣਾ ਚਾਹੀਦਾ ਕਿ ਨੈਕਸਟ ਵੀਕ ਤੱਕ ਡਾਕੂਮੈਂਟ ਚਾਹੀਦੇ ਆ, ਬਟ ਜੇ ਉਹ ਪਿਕ ਹੋਇਆ ਤਾਂ ਤੁਹਾਨੂੰ 60 ਡੇਜ਼ ਦਾ ਟਾਈਮ ਮਿਲਿਆ ਬੇਸਿਕਲੀ। ਲਾਈਕ ਉਹਨਾਂ ਨੇ ਇਦਾਂ ਕਿਹਾ ਕਿ ਲਾਈਕ ਹੁਣ ਤੁਸੀਂ ਥੋੜਾ ਧਿਆਨ ਰੱਖਿਓ, ਸੋ ਅਸੀਂ ਡਾਕੂਮੈਂਟ ਮੰਗ ਸਕਦੇ ਹਾਂ। ਸੋ ਇਟ ਮੀਨਸ ਉਹਨਾਂ ਨੇ ਫਾਈਲ ਚੱਕ ਲਈ ਹੈ ਨਾ। ਜੇ ਸਿਟੀਜ਼ਨਸ਼ਿਪ ਵੱਲੋਂ ਆਈ ਹੈ ਕਿ ਤੁਹਾਡੇ ਲਾਇਰ ਕੰਸਲਟੈਂਟ ਵੱਲੋਂ ਆਈ ਹੈ ਭੈਣ ਜੀ? ਸਿਟੀਜ਼ਨਸ਼ਿਪ ਵਾਲੇ। ਜੇ ਸਿਟੀਜ਼ਨਸ਼ਿਪ ਵੱਲੋਂ ਆ ਤਾਂ ਐਬਸੋਲੂਟਲੀ ਤੁਹਾਨੂੰ ਯੂ ਹੈਵ 60 ਡੇਜ਼ ਟੂ ਪ੍ਰੋਵਾਈਡ ਦ ਕੰਪਲੀਟ ਐਪਲੀਕੇਸ਼ਨ। ਜੀ ਬਿਲਕੁਲ, ਸ਼ੁਕਰੀਆ ਜੀ ਕਾਲ ਕਰਨ ਲਈ। ਸ਼ੁਕਰੀਆ ਜੀ ਕਾਲ ਕਰਨ ਲਈ, ਮੁਬਾਰਕਾਂ ਜੀ। ਤੇ ਸਰ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਐਪਲੀਕੇਸ਼ਨਸ ਵਿਕਦੀ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਅਸੀਂ ਬਰੋਟਨ ਚ ਬੋਲਦੇ ਹਾਂ ਬੇਟੇ ਜੀ। ਦੱਸੋ ਜੀ ਕੀ ਸਵਾਲ ਹੈ? ਹਾਂਜੀ, ਇਹ ਪੁੱਛਣਾ ਸੀਗਾ, ਅਸੀਂ ਨਾ ਮਤਲਬ ਸਾਡੀ ਬੇਟੀ ਅਪਲਾਈ ਕੀਤਾ ਸੀ, ਅਸੀਂ ਭਲਾ ਸਾਡੇ ਡਰਾ ਨਿਕਲਿਆ ਅੱਜ ਕੋਈ? ਮੈਮ ਕਿਸ ਦਾ ਪੁੱਛ ਰਹੇ ਹੋ ਤੁਸੀਂ? ਇਹ ਸਾਡਾ ਨਾ ਮਤਲਬ ਲਾਇਆ ਸੀ ਲਾਟਰੀ ਸਿਸਟਮ, ਪੀਆਰ ਵਾਸਤੇ ਲਾਇਆ ਸੀ, ਅਜੇ ਨਿਕਲਦੇ ਆ ਜੀ। ਉਹ ਪੁੱਛਦੇ ਬੇਟੇ। ਤੁਸੀਂ ਆਪਣੇ ਬੇਟੀ ਤੋਂ ਪੁੱਛੋ ਜੀ, ਉਹਨਾਂ ਨੇ ਕਿਸੇ ਲਾਇਰ ਦੇ ਥਰੂ ਕੀਤਾ ਸੀਗਾ ਜਾਂ ਕੰਸਲਟੈਂਟ ਦੇ ਥਰੂ ਕੀਤਾ ਸੀ ਜਾਂ ਆਪ ਹੀ ਕੀਤਾ ਸੀਗਾ? ਲਾਇਰ ਦੇ ਥਰੂ ਕੀਤਾ ਸੀਗਾ ਬੇਟੇ। ਤੇ ਆਪਣੇ ਲਾਇਰ ਨਾਲ ਕੰਸਲਟ ਕਰੋ, ਉਹਨਾਂ ਦੇ ਕੋਲ ਇਨਫੋਰਮੇਸ਼ਨ ਹੋਏਗੀ। ਜੀ, ਉਹਨਾਂ ਕੋਲ ਹੋਏਗੀ। ਜੇ ਕੋਈ ਇਨਵੀਟੇਸ਼ਨ ਆਇਆ ਹੋਇਆ ਤਾਂ ਉਹ ਤੁਹਾਨੂੰ ਵਧੇਰੇ ਜਾਣਕਾਰੀ ਦੇ ਦੇਣਗੇ। ਸਰ, ਜਿਵੇਂ ਇਨਵੀਟੇਸ਼ਨਸ ਦੀ ਗੱਲ ਹੋ ਰਹੀ ਹੈ, ਆਪਾਂ ਨੂੰ ਇਹ ਵੀ ਪਤਾ ਹੈ ਕਿ ਕੁਝ ਅਜਿਹੇ ਵੀ ਕੇਸਿਸ ਸੀ ਜਿਨ੍ਹਾਂ ਨੇ 2 ਵਾਰ ਤੋਂ ਜ਼ਿਆਦਾ ਵਾਰ ਸਮਟਾਈਮਸ ਫਾਈਲ ਕੀਤੀਆਂ ਹੋਈਆਂ ਸੀ ਐਪਲੀਕੇਸ਼ਨਸ। ਕੀ ਉਹਨਾਂ ਨੂੰ ਵੀ ਇਨਵੀਟੇਸ਼ਨ ਆਉਣ ਦੀ ਸੰਭਾਵਨਾ? ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਜੀ, ਮੈਂ BC ਤੋਂ ਬੋਲ ਰਿਹਾ ਜੀ। ਮੈਂ ਪੁੱਛਣਾ ਸੀ BC PNP ਬਾਰੇ, ਕੁਝ ਸਪੈਸਿਫਿਕ ਜੌਬਸ, ਕੁਝ ਨੌਕਸ ਜੋ ਹੈ ਰਿਸਟ੍ਰਿਕਟਡ ਹੈ ਜੀ PNP ਬਾਰੇ, ਇਹਦੇ ਬਾਰੇ ਕੁਝ ਅਪਡੇਟ ਹੈ ਜੀ? ਕਦੋਂ ਖੁੱਲਣਗੀ ਜੀ? ਜਿਵੇਂ ਰਿਟੇਲ ਸੁਪਰਵਾਈਜ਼ਰ 620611 these knocks are restricted, ਕਦੋਂ ਖੁੱਲ ਸਕਦੀ ਹੈ? ਕੁਝ ਹੈਗਾ ਜੀ ਆਈਡੀਆ ਦੇ ਬਾਰੇ? ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਰ, ਤਰਨ, ਅੱਜ ਵੀ ਇੱਕ ਛੋਟਾ ਜਿਹਾ ਡਰਾ BC PNP ਦਾ ਆਊਟ ਹੋਇਆ ਹੈਗਾ, ਐਂਡ ਕੁਝ ਇਨਵੀਟੇਸ਼ਨਸ ਅੱਜ ਵੀ ਦਿੱਤੇ ਗਏ ਨੇ 250 ਦੇ ਆਸ-ਪਾਸ, ਬਟ ਡਿਸੀਜਨ ਕਿ ਕਿਹੜਾ ਨੌਕ ਬਾਹਰ ਹੋਏਗਾ, ਇਟਸ ਗੋਨਾ ਟੇਕ ਅ ਫਿਊ ਮੋਰ ਵੀਕਸ ਫॉर them to decide, and as of today status quo is maintained। ਜੀ ਬਿਲਕੁਲ। ਇੱਕ ਦਰਸ਼ਕ ਹੋਰ ਜੁੜ ਗਏ ਨੇ, ਉਹਨਾਂ ਦੀ ਵੀ ਅਸੀਂ ਕਾਲ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਕੀ ਸਵਾਲ ਹੈ ਤੁਹਾਡਾ? ਕਿੱਥੋਂ ਬੋਲ ਰਹੇ ਹੋ? ਮੈਂ ਐਡਮਿਟਡ ਤੋਂ ਬੋਲਦਾ ਜੀ। ਮੈਨੂੰ ਇਮੀਗ੍ਰੇਸ਼ਨ ਦੀ ਸਵਾਲ ਪੁੱਛਣਾ। ਹਾਂਜੀ ਸਰ, ਆਪਣਾ ਸਵਾਲ ਪੁੱਛੋ, ਪਰ ਆਪਣੀ ਟੀਵੀ ਸਕਰੀਨ ਦੀ ਪਲੀਜ਼ ਆਵਾਜ਼ ਨੂੰ ਥੋੜਾ ਜਿਹਾ ਘੱਟ ਕਰ ਦਿਓ। ਜੀ ਸਰ, ਦੱਸੋ ਕੀ ਕੁਐਸਚਨ ਹੈ ਜੀ ਤੁਹਾਡਾ? ਹਾਂਜੀ, ਕੀ ਕੁਐਸਚਨ ਹੈ ਜੀ ਤੁਹਾਡਾ? ਕੀ ਸਵਾਲ ਹੈ? ਮੈਂ ਇਮੀਗ੍ਰੇਸ਼ਨ ਦੀ ਸਵਾਲ ਪੁੱਛਣਾ। ਹਾਂਜੀ ਹਾਂਜੀ, ਦੱਸੋ ਜੀ ਕੀ ਪੁੱਛਣਾ ਚਾਹੁੰਦੇ ਹੋ? ਮੇਰਾ ਭਰਾ ਇੰਡੀਆ ਦੇ ਵਿੱਚ ਉਹਨੇ ਸਟੂਡੈਂਟ ਵੀਜ਼ਾ ਚਾਹੀਦਾ। ਹਾਂਜੀ ਸੋ ਮੈਨੂੰ ਸਮਝ ਨਹੀਂ ਆਇਆ। ਇਹਨਾਂ ਨੂੰ ਸਟੂਡੈਂਟ ਵੀਜ਼ਾ ਚਾਹੀਦਾ ਆਪਣੇ ਬ੍ਰਦਰ ਵਾਸਤੇ। ਤੁਹਾਡੇ ਬ੍ਰਦਰ ਉੱਥੇ ਇੰਡੀਆ ਦੇ ਵਿੱਚ ਕਿਸੇ ਕੰਸਲਟੈਂਟ ਜਾਂ ਤੁਸੀਂ ਐਡਮਿੰਟਨ ਤੋਂ ਬੋਲ ਰਹੇ ਹੋ ਜਾਂ BC ਤੋਂ ਬੋਲ ਰਹੇ ਹੋ, ਜਿੱਥੇ ਵੀ ਤੁਸੀਂ ਬੋਲ ਰਹੇ ਹੋ ਉੱਥੇ ਕਿਸੇ ਕੰਸਲਟੈਂਟ ਲਾਇਰ ਦੀ ਸਲਾਹ ਜ਼ਰੂਰ ਲਓ, ਐਂਡ ਆਪਣੇ ਡਾਕੂਮੈਂਟੇਸ਼ਨਸ ਆਪਣੇ ਬ੍ਰਦਰ ਦੇ ਉਹਨਾਂ ਨੂੰ ਪਾਸ ਕਰੋ। ਜੇ ਸਾਡੀ ਸਲਾਹ ਚਾਹੀਦੀ ਹੈ, ਯੂ ਕੈਨ ਪਾਸ ਔਨ ਦੋਜ਼ ਡਾਕੂਮੈਂਟਸ ਟੂ ਅਸ। ਤੁਹਾਡੇ ਬ੍ਰਦਰ ਦਾ 10th 12th ਦਾ ਸਰਟੀਫਿਕੇਟ, ਜੇ ਗ੍ਰੈਜੂਏਸ਼ਨ ਕੀਤੀ, ਗ੍ਰੈਜੂਏਸ਼ਨ ਦੀ ਸਾਰੀਆਂ ਮਾਰਕ ਸ਼ੀਟਸ, ਟ੍ਰਾਂਸਕ੍ਰਿਪਟਸ ਚਾਹੀਦੀਆਂ, ਆਈਲੈਟਸ ਦਾ ਸਕੋਰ ਕਾਰਡ ਤੇ ਪਾਸਪੋਰਟ ਦੀ ਕਾਪੀ ਚਾਹੀਦੀ ਹੈ, ਐਂਡ ਦੈਨ ਵੀ ਕੈਨ ਪ੍ਰੋਸੈਸ। ਬੈਟਰ ਹੈਗਾ ਕਿ ਜਿੱਥੇ ਤੁਹਾਡੇ ਬ੍ਰਦਰ ਬੇਸਡ ਹੈਗੇ ਨੇ ਜਾਂ ਜਿੱਥੇ ਤੁਸੀਂ ਬੇਸਡ ਹੈਗੇ ਹੋ, ਉੱਥੇ ਕਿਸੇ ਲੋਕਲ ਕੰਸਲਟੈਂਟ ਲਾਇਰ ਦੀ ਸਲਾਹ ਲਓ। ਜੀ ਸ਼ੁਕਰੀਆ ਜੀ ਕਾਲ ਕਰਨ ਲਈ, ਥੈਂਕ ਯੂ ਸੋ ਮਚ ਜੀ। ਨੈਕਸਟ ਕਾਲਰ ਲੈ ਲਈਏ ਅਸੀਂ। ਹੈਲੋ ਹੈਲੋ ਹੈਲੋ
ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਅਸੀਂ ਚਾਈਨਾ ਤੋਂ ਬੋਲਦੇ ਹਾਂ। ਸਾਡੇ ਨਾ 2019 ਦੇ ਵਿੱਚ ਡਾਕਟਰੀ ਵੀ ਹੋ ਗਈ ਸੀ, ਫਿੰਗਰਪ੍ਰਿੰਟ ਵੀ, ਤੇ ਸਾਨੂੰ ਹੁਣ ਕੁਝ ਪਾਸਪੋਰਟ ਨਹੀਂ ਇਹਨਾਂ ਨੇ ਮੰਗਿਆ, ਪੁੱਛਣਾ ਸੀ ਅਸੀਂ। ਜੀ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਦਿਓ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਨੈਕਸਟ ਕਾਲਰ ਜੁੜ ਗਏ ਨੇ ਸਾਡੇ ਨਾਲ, ਉਹਨਾਂ ਦਾ ਵੀ ਅਸੀਂ ਕਾਲ ਲੈ ਲਈਏ। ਹੈਲੋ, हेलो, ਸਤਿ ਸ਼੍ਰੀ ਅਕਾਲ ਜੀ। सत श्रीकाल जी। हाँ जी। मैंने क्वेश्चन करना था जी। कि मैं वर्क परमिट पे हूँ यहाँ पर कनाडा में, जी और हमने मेरे हस्बैंड का वर्क परमिट पे अप्लाई किया था 2-3 महीने पहले, और उसके बाद मेरी PNP आ गई है। जी तो डू वी नीड टू अपडेट ऑन द फाइल और ਜੀ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਦੋਗੇ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਨੈਕਸਟ ਕਾਲਰ ਇੱਕ ਹੋਰ ਸਾਡੇ ਨਾਲ ਜੁੜ ਗਏ ਨੇ। ਹੈਲੋ, हेलो, सत श्रीकाल जी। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? मैं एयरपोर्ट तो बोल रही थी कि जी। जी। ਦੱਸੋ ਜੀ, ਕੀ ਸਵਾਲ ਹੈ? हाँ जी, हाँ जी। मेरा सवाल ये सीगा ना, एक्चुअली मेरे मॉम डैड एक्सपायर हो गए सीगे, मैं काफ़ी छोटी सी। मैं पूछना सी भी ਉਹਨਾਂ ਦੀ ਜਗ੍ਹਾ ਤੇ ਮੈਂ आई डोंट रीड द क्वेश्चन, बट लाइक मैं ब्रदर ਤੇ ਭਾਬੀ ਦੇ ਪੇਪਰ ਪੜ ਸਕਦੀ ਹਾਂ ਡਰਾ ਦੇ ਵਿੱਚ? ਜੀ ਸਰ, ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੀ ਸਰ, ਪਹਿਲਾਂ ਜਿਨ੍ਹਾਂ ਨੇ ਕਾਲ ਕੀਤੀ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਰਜਾਈਨਾ ਦੇ ਵਿੱਚ ਉਹ ਰਹਿੰਦੇ ਨੇ। ਉਹਨਾਂ ਦੇ 2019 ਦੇ ਵਿੱਚ ਡਾਕਟਰੀ ਵੀ ਹੋ ਚੁੱਕੀ ਆ, ਫਿੰਗਰਪ੍ਰਿੰਟਸ ਵੀ ਹੋ ਚੁੱਕੇ ਨੇ, ਬਟ ਇਸ ਤੋਂ ਬਾਅਦ ਅਜੇ ਤੱਕ ਪਾਸਪੋਰਟ ਨਹੀਂ ਮੰਗਿਆ। ਤਰਨ ਇੱਥੇ ਨਾ ਕੋਈ ਕੰਪਲਿਕੇਸ਼ਨ ਜ਼ਰੂਰ ਹੋਏਗੀ, ਬਿਕੋਜ਼ 2019 ਤੋਂ ਬਾਅਦ 2020 ਹੋ ਸਕਦਾ ਕੋਵਿਡ ਕਰਕੇ, ਜੇ ਲੇਟ 2019 ਦੇ ਵਿੱਚ ਇਹਨਾਂ ਦੀ ਮੈਡੀਕਲ ਹੋਏ ਸੀਗੇ ਤੇ ਕੋਵਿਡ ਪੈਂਡੈਮਿਕ ਕਰਕੇ ਇਹਨਾਂ ਦੀ ਫਾਈਲ ਡਿਲੇਡ ਹੈਗੀ ਹੈ। ਸੋ ਜਸਟ ਬੀ ਪੇਸ਼ੈਂਟ ਜੀ, ਬਟ ਤੁਹਾਡੇ ਕੋਲ ਆਪਸ਼ਨ ਹੈਗੀ ਹੈ, ਤੁਸੀਂ ਆਪਣੀ ਕੁਐਰੀ ਜ਼ਰੂਰ ਪਾ ਸਕਦੇ ਹੋ ਆਪਣੇ ਕੰਸਲਟੈਂਟ, ਆਪਣੇ ਲਾਇਰ ਦੇ ਥਰੂ। ਜੀ ਨੈਕਸਟ ਕਾਲਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਅਰਵਿੰਦ ਬੋਲ ਰਿਹਾ ਟਰੀ ਤੋਂ। ਮੈਂ ਸਰ ਤੋਂ ਗੱਲ ਪੁੱਛਣੀ ਸੀ। ਜੀ ਸਰ। ਸਰ ਨਮਸਕਾਰ ਜੀ। ਮੈਂ ਤਾਂ ਇਹ ਪੁੱਛਣੀ ਸੀ ਕਿ ਮੇਰੇ ਮਦਰ ਨੇ ਵਿਜ਼ਟਰ ਵੀਜ਼ਾ ਤੇ ਆਉਣਾ ਹੈ ਤੇ ਉਹਨਾਂ ਨੇ ਨੈਕਸਟ ਮੰਥ ਆਉਣਾ ਹੈ, ਤੇ ਉਹਨਾਂ ਦੀ ਰਿਟਰਨ ਟਿਕਟ ਸਾਨੂੰ ਕਰਾਉਣੀ ਪਏਗੀ ਕਿਉਂਕਿ ਇਸ ਟਾਈਮ ਉਹਨਾਂ ਨੇ ਵਾਪਸ ਜੁਲਾਈ ਦੇ ਐਂਡ ਤੇ ਜਾਣਾ ਤੇ ਕੋਈ ਏਅਰਲਾਈਨਸ ਟਿਕਟਸ ਦੇ ਨਹੀਂ ਰਹੀ ਹੈ, ਤੇ ਰਿਟਰਨ ਟਿਕਟ ਇਸ ਟਾਈਮ ਕਰਾਉਣੀ ਜ਼ਰੂਰੀ ਵਿਜ਼ਟਰ ਵੀਜ਼ਾ ਤੇ ਵਨ ਵੇ ਤੇ ਵੀ ਆ ਸਕਦੇ। ਜੀ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਰ, ਇਸ ਤੋਂ ਪਹਿਲਾਂ ਕਿ ਆਪਾਂ ਸਵਾਲਾਂ ਦੇ ਜਵਾਬ ਦੇਈਏ, ਇੱਕ ਕਾਲਰ ਹੋਰ ਜੁੜ ਗਏ ਨੇ, ਅਸੀਂ ਉਹਨਾਂ ਦੀ ਵੀ ਕਾਲ ਲੈ ਲਈਏ। ਜੀ ਅਸੀਂ ਮਾਫੀ ਚਾਹਾਂਗੇ ਜੀ, ਸ਼ਾਇਦ ਉਹਨਾਂ ਦੀ ਫੋਨ ਡਿਸਕਨੈਕਟ ਹੋ ਗਿਆ। ਇਸ ਤੋਂ ਬਾਅਦ ਸਰ ਕਾਲ ਆਈ ਸੀ ਜਿਨ੍ਹਾਂ ਨੇ ਕਿਹਾ ਸੀ ਵਰਕ ਪਰਮਿਟ ਤੇ ਉਹ ਨੇ, ਉਹਨਾਂ ਦੀ PNP ਆ ਚੁੱਕੀ ਹੈ। ਆਪਣੇ ਹਸਬੈਂਡ ਦੀ ਫਾਈਲ ਦੇ ਵਿੱਚ ਉਹਨਾਂ ਨੂੰ ਕੀ ਅਪਡੇਸ਼ਨ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ? ਹਾਂ, ਉਹ ਦੱਸ ਰਹੇ ਸੀਗੇ ਕਿ ਉਹਨਾਂ ਦੀ ਫਾਈਲ ਪੁੱਟ ਅਪ ਕੀਤੀ ਹੋਈ ਹੈ ਡਿਪੈਂਡੈਂਟ ਵਰਕ ਪਰਮਿਟ ਵਾਸਤੇ, ਐਕਸਟੈਂਸ਼ਨ ਵਾਸਤੇ। ਸੋ ਐਕਸਟੈਂਸ਼ਨ ਆ ਜਾਏਗੀ ਜੀ, ਬਟ PNP ਦੇ ਨਾਲ ਆਪਣੀ ਬਾਕੀ ਫਾਈਲ ਪੁੱਟ ਅਪ ਕਰੋ PR ਵਾਸਤੇ, ਪੁੱਟ ਇਨ ਆਲ ਯੂਰ ਡਾਕੂਮੈਂਟੇਸ਼ਨਸ, ਐਂਡ ਬਾਅਦ ਜੋ ਤੁਸੀਂ ਬ੍ਰਿਜਿੰਗ ਵਰਕ ਪਰਮਿਟ ਵਾਸਤੇ ਵੀ ਐਲੀਜੀਬਲ ਹੋ ਸਕਦੇ ਹੋ। ਜੀ ਬਿਲਕੁਲ। ਨੈਕਸਟ ਕਾਲਰ ਜੁੜ ਗਏ ਨੇ। ਹੈਲੋ, ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਭੈਣ ਜੀ, ਮੈਂ ਅਨੰਦਪੁਰ ਸਾਹਿਬ ਤੋਂ ਬੋਲਦਾ, ਹਰਵਿੰਦਰ ਸਿੰਘ। ਜੀ ਸਰ, ਦੱਸੋ ਕੀ ਸਵਾਲ ਹੈ? ਹਾਂਜੀ, ਮੈਂ ਤੁਹਾਡੇ ਤੋਂ ਕੱਲ ਨੰਬਰ ਲਿਆ ਸੀ ਫੇਸਬੁੱਕ ਤੇ। ਜੀ ਸਰ, ਦੱਸੋ ਜੀ ਕੀ ਸਵਾਲ ਹੈ? ਹਾਂਜੀ ਭੈਣ ਜੀ, ਮੈਂ ਇਹ ਕਹਿੰਦਾ ਵੀ ਜਿੱਦਾਂ ਮਤਲਬ ਵਰਕ ਪਰਮਿਟ ਕੈਨੇਡਾ ਦਾ ਉਹ ਕਿਸ ਤਰ੍ਹਾਂ ਮਿਲਦਾ ਹੈ, ਮਤਲਬ ਅਗਰ ਆਉਣਾ ਹੋਵੇ? ਸਰ, ਵਰਕ ਪਰਮਿਟ ਦੇ ਪ੍ਰੋਸੈਸ ਦੇ ਬਾਰੇ ਵਿੱਚ ਜਾਣਕਾਰੀ ਲੈਣਾ ਚਾਹੁੰਦੇ ਨੇ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਰ, ਐਬਰਟਸਫੋਰਡ ਤੋਂ ਕਾਲ ਆਈ ਸੀ ਜਿਨ੍ਹਾਂ ਨੇ ਪੁੱਛਿਆ ਸੀ ਕਿ ਉਹਨਾਂ ਦੇ ਮਮ ਡੈਡ ਐਕਸਪਾਇਰ ਹੋ ਚੁੱਕੇ ਨੇ ਤੇ ਉਹਨਾਂ ਦੀ ਜਗ੍ਹਾ ਉਹ ਆਪਣੇ ਬ੍ਰਦਰ ਭਾਬੀ ਦਾ ਕਰ ਸਕਦੇ ਜਾਂ ਨਹੀਂ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਹੋ ਜੁੜ ਗਏ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਕਿੱਥੋਂ ਬੋਲ ਰਹੇ ਹੋ? ਮੈਂ ਆਪਣਾ ਸਹੀ ਤੋਂ ਬੋਲ ਰਿਹਾ ਜੀ। ਕੀ ਸਵਾਲ ਹੈ ਤੁਹਾਡਾ? ਮੇਰਾ ਸਵਾਲ ਇਹ ਹੈ ਕਿ ਜਿੱਦਾਂ ਆਪਣਾ PNP ਤੇ ਜਦੋਂ ਆਪਣਾ ਆ ਜਾਂਦੀ ਹੈ, ਇਨਵੀਟੇਸ਼ਨ ਆ ਜਾਂਦੀ ਹੈ ਹਨਾ, ਡਾਕੂਮੈਂਟ ਸਬਮਿਟ ਕਰਨ ਵਾਸਤੇ ਜੀ, ਤੇ ਉਸ ਤੋਂ ਬਾਅਦ ਮਤਲਬ ਪੂਰਾ ਪ੍ਰੋਸੈਸ ਦਾ ਕਿੰਨਾ ਕੁ ਟਾਈਮ ਲੱਗਦਾ ਆ? ਜੀ ਸਰ, ਆਪਾਂ ਟੀਵੀ ਸਕਰੀਨ ਤੇ ਆਨਸਰ ਦੇਈਏ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਰ, ਜਿਨ੍ਹਾਂ ਦੇ ਐਬਰਟਸਫੋਰਡ ਤੋਂ ਕਾਲ ਆਈ ਸੀ ਉਹਨਾਂ ਨੇ ਮਮ ਡੈਡ ਐਕਸਪਾਇਰ ਹੋ ਗਏ, ਬ੍ਰਦਰ ਭਾਬੀ ਦਾ ਲਗਾ ਸਕਦੇ ਨੇ? ਜੀ ਬਿਲਕੁਲ। ਜੇ ਬ੍ਰਦਰ ਭਾਬੀ ਨੇ ਉਹਨਾਂ ਨੂੰ ਲੀਗਲੀ ਅਡਾਪਟ ਕੀਤਾ ਸੀਗਾ ਉਸ ਟਾਈਮ ਤੇ, ਐਂਡ ਉਸ ਤੋਂ ਬਾਅਦ ਉਹ ਕੈਨੇਡਾ ਮੂਵ ਹੋਏ ਤੇ ਉਹ ਆਪਣੇ ਪੇਰੈਂਟਸ ਨੂੰ, ਬਿਕੋਜ਼ ਦੇ ਆਰ ਲੀਗਲ ਪੇਰੈਂਟਸ ਨਾਓ, ਤੇ ਤਾਂ ਉਹ ਐਪਲੀਕੇਸ਼ਨ ਉਹਨਾਂ ਦੇ ਪੇਰੈਂਟਸ ਦੀ ਸਪਾਂਸਰਸ਼ਿਪ ਦੀ ਪੁੱਟ ਅਪ ਕਰ ਸਕਦੇ ਨੇ ਜੀ। ਉਸ ਤੋਂ ਬਾਅਦ ਇੱਕ ਸਰ ਦੀ ਕਾਲ ਆਈ ਸੀ ਜਿਹੜੇ ਕਹਿ ਰਹੇ ਸੀ ਉਹਨਾਂ ਦੀ ਮਦਰ ਇੱਥੇ ਵਿਜ਼ਟਰ ਵੀਜ਼ਾ ਤੇ ਆਉਣਾ ਚਾਹੁੰਦੇ ਨੇ, ਕਿ ਉਹਨਾਂ ਦੀ ਜਿਹੜੀ ਰਿਟਰਨ ਟਿਕਟ ਨਾਲ ਕਰਵਾਉਣੀ ਜ਼ਰੂਰੀ ਹੈ?
ਅੱਜ ਦੀ ਤਰੀਕ ਦੇ ਵਿੱਚ ਜਿਹੜੇ ਸਰਕਮਸਟੈਂਸਸ ਹੈਗੇ ਨੇ ਟੋਟਲੀ ਚੇਂਜਡ ਹੈਗੇ ਨੇ। ਸੋ ਅੱਜ ਦੀ ਤਰੀਕ ਦੇ ਵਿੱਚ ਈਵਨ ਵਿਦ ਵਨ ਵੇ ਟਿਕਟ ਯੂ ਕੈਨ ਤੁਹਾਡੇ ਮਦਰ ਸਟਿਲ ਆ ਸਕਦੇ ਨੇ ਜੀ। ਬਟ ਅਗੇਨ ਪਰਮਿਸ਼ਨ ਲੈਣੀ ਜ਼ਰੂਰੀ ਹੈਗੀ ਹੈ, ਪਰਮਿਸ਼ਨ ਦੇ ਨਾਲ ਹੀ ਉਹ ਫਲਾਈ ਹੋਣਗੇ ਬਿਕੋਜ਼ ਦਿੱਲੀ 에ਅਰਪੋਰਟ ਦੇ ਉੱਤੇ ਕਾਫੀ ਸਾਰੀਆਂ ਕੰਪਲਿਕੇਸ਼ਨਸ ਆ ਰਹੀਆਂ ਹੈਗੀਆਂ ਜਿਨ੍ਹਾਂ ਦੇ ਕੋਲ ਪਰਮਿਸ਼ਨਸ ਨਹੀਂ ਹੈਗੀਆਂ ਜੀ। ਨੈਕਸਟ ਸਿੰਘ ਸਾਹਿਬ ਦੀ ਕਾਲ ਆਈ ਸੀ, ਵਰਕ ਪਰਮਿਟ ਦੇ ਪ੍ਰੋਸੈਸ ਬਾਰੇ ਜਾਣਨਾ ਚਾਹੁੰਦੇ ਨੇ ਜੇ ਇੰਡੀਆ ਤੋਂ ਆਉਣਾ ਹੋਵੇ। ਤਰਨ ਵਰਕ ਪਰਮਿਟ ਤੇ ਆਉਣ ਵਾਸਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਕੈਨੇਡਾ ਦੇ ਵਿੱਚ ਕੋਈ EMPLOYER ਚਾਹੀਦਾ ਐਂਡ ਉਹ EMPLOYER ਨੂੰ ਵੀ ਐਫਰਟਸ ਕਰਨੇ ਪੈਂਦੇ ਨੇ। ਸਪੋਜ਼ ਤੁਹਾਡੇ ਕੋਲ ਕੋਈ ਸਪੈਸ਼ਲ ਸਕਿੱਲ ਸੈਟਸ ਹੈਗੇ ਨੇ, ਕੋਈ ਕੁਕਿੰਗ ਕਰਦੇ ਹੋ ਤੁਸੀਂ ਜਾਂ ਫਾਰਮਿੰਗ ਕਰਦੇ ਹੋ ਜਾਂ ਟਰੱਕ ਡਰਾਈਵਿੰਗ ਦਾ ਲਾਇਸੈਂਸ ਹੈਗਾ ਤੁਹਾਡੇ ਕੋਲ, ਕਿਸੇ ਵੀ ਚੀਜ਼ ਦਾ ਐਕਸਪੀਰੀਅੰਸ ਹੈਗਾ, ਉਸ ਤਰ੍ਹਾਂ ਦਾ ਤੁਹਾਡੇ ਕੋਲ ਇੱਥੇ EMPLOYER ਹੋਣਾ ਚਾਹੀਦਾ। ਉਹ EMPLOYER ਨੇ ਪਹਿਲੇ ਉਹਨੇ ਇੱਥੇ ਐਫਰਟਸ ਕਰਨੇ ਹੈਗੇ ਨੇ ਲੋਕਲਸ ਨੂੰ ਹਾਇਰ ਕਰਨ ਵਾਸਤੇ। ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਕੰਪਨੀ ਜਿਹੜੀ ਹੈਗੀ 2 ਸਾਲ ਪੁਰਾਣੀ ਹੋਣੀ ਚਾਹੀਦੀ ਹੈ। ਹੀ ਸ਼ੁੱਡ ਹੈਵ ਅ ਫਿਊ EMPLOYEES ਔਨ ਦਾ ਪੇਰੋਲ ਐਂਡ ਉਸ ਤੋਂ ਬਾਅਦ ਜੇ ਉਹਨਾਂ ਨੂੰ ਹੋਰ ਹਾਇਰਿੰਗ ਦੀ ਲੋੜ ਹੈਗੀ ਤੇ ਉਹ ਐਡਵਰਟਾਈਜ਼ਮੈਂਟ ਪੁੱਟ ਅਪ ਕਰਨਗੇ ਇੱਥੇ ਜੌਬ ਬੈਂਕ ਦੇ ਵਿੱਚ ਤੇ ਕੁਝ ਇੱਕ ਹੋਰ ਵੈਬਸਾਈਟਸ ਦੇ ਵਿੱਚ ਐਂਡ ਉਸ ਜੌਬ ਐਡਵਰਟਾਈਜ਼ਮੈਂਟ ਤੋਂ ਬਾਅਦ 28 ਦਿਨ 4 ਹਫ਼ਤੇ ਐਡਵਰਟਾਈਜ਼ਮੈਂਟ ਚੱਲਣ ਤੋਂ ਬਾਅਦ ਤੁਹਾਡੀ ਐਪਲੀਕੇਸ਼ਨ EMPLOYER ਸਰਵਿਸ ਕੈਨੇਡਾ ਦੇ ਕੋਲ ਭੇਜੇਗਾ ਕਿ ਮੈਨੂੰ ਕੈਂਡੀਡੇਟ ਇਹਨਾਂ ਕੈਂਡੀਡੇਟਸ ਨੇ ਅਪਲਾਈ ਕੀਤਾ ਸੀਗਾ, ਇਹਨਾਂ ਕੈਂਡੀਡੇਟਸ ਵਿੱਚੋਂ ਮੈਂ ਆਹ ਪਰਟੀਕੂਲਰ ਕੈਂਡੀਡੇਟ ਪਿਕ ਕਰ ਰਿਹਾ ਹੈਗਾ। ਉਸ ਤੋਂ ਬਾਅਦ ਆਫਿਸਰ ਦੇਖਣਗੇ ਉਹਦੇ ਪ੍ਰੋਜ਼ ਐਂਡ ਕੌਨਸ ਤੇ ਫਿਰ ਤੁਹਾਡਾ LMIA ਇਸ਼ੂ ਕਰਦੇ ਹੈਗੇ ਨੇ ਐਂਡ LMIA ਇਸ਼ੂ ਹੋਣ ਤੋਂ ਬਾਅਦ ਫਿਰ ਤੁਹਾਡੇ ਵਰਕ ਪਰਮਿਟ ਦੀ ਐਪਲੀਕੇਸ਼ਨ ਲੱਗਦੀ ਹੈ। ਸੋ ਦਿਸ ਇਜ਼ ਦਾ ਪ੍ਰੋਸੈਸ। ਇਹ ਸਾਰੇ ਪ੍ਰੋਸੈਸ ਨੂੰ ਤਕਰੀਬਨ 2 ਤੋਂ 3 ਮਹੀਨਿਆਂ ਦਾ ਟਾਈਮ ਘੱਟੋ ਘੱਟ ਲੱਗ ਸਕਦਾ ਹੈਗਾ LMIA ਵਾਸਤੇ ਜੀ। ਬਿਲਕੁਲ। ਨੈਕਸਟ ਕਾਲਰ ਸਾਡੇ ਨਾਲ ਜੁੜ ਗਏ ਨੇ। ਹੈਲੋ ਜੀ ਸਰ, ਸਤਿ ਸ਼੍ਰੀ ਅਕਾਲ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਕਿਚਨ ਤੋਂ ਬੋਲ ਰਿਹਾ ਜੀ ਸਰ, ਦੱਸੋ ਕੀ ਸਵਾਲ ਹੈ? ਸਵਾਲ ਆਇਆ ਸਾਡੇ ਪੇਰੈਂਟਸ ਦੀ ਫਾਈਲ ਆਈ ਸੀ ਤੇ ਸਾਡਾ ਫਿੰਗਰਪ੍ਰਿੰਟ ਵੀ ਹੋ ਗਿਆ, ਮੈਡੀਕਲ ਵੀ ਹੋ ਗਿਆ ਤੇ ਆਈ ਰਿਜ਼ਲਟ ਨਹੀਂ ਆਇਆ। ਕਿੰਨਾ ਦੇਰ ਵੇਟ ਕਰਨੀ ਪਊਗੀ ਜੀ? ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਐਵੇਂ ਦਾ ਇੱਕ ਸਵਾਲ ਦਾ ਜਵਾਬ ਅਸੀਂ ਸ਼ਾਇਦ ਪਹਿਲਾਂ ਵੀ ਦੇ ਕੇ ਹਟੇ ਹਾਂ। ਸਰ ਸਰੀ ਤੋਂ ਕਾਲ ਆਈ ਸੀ, PNP ਐਪਲੀਕੇਸ਼ਨ ਲੋਕ ਹੈ ਪੁੱਛ ਰਹੇ ਨੇ ਕਿ ਉਹਨਾਂ ਦੀ ਆ ਗਈ ਹੈ ਇਸ ਵਕਤ, ਇਨਵੀਟੇਸ਼ਨ ਆ ਗਿਆ, ਪ੍ਰੋਸੈਸ ਹੋਣ ਨੂੰ ਕਿੰਨਾ ਟਾਈਮ ਪੂਰਾ ਲੱਗਦਾ ਆ? ਤਰਨ ਅੱਜ ਵੀ ਜਿਨ੍ਹਾਂ ਦਾ PNP ਪਿਕ ਹੋ ਗਿਆ ਸੀਗਾ, PNP ਸਰਟੀਫਿਕੇਟ ਸੀਗਾ, ਅੱਜ ਵੀ ਇੱਕ ਡਰਾ ਐਕਸਪ੍ਰੈਸ ਐਂਟਰੀ ਨੇ ਆਊਟ ਕੀਤਾ ਹੈਗਾ ਐਂਡ ਅੱਜ ਜਿਹੜਾ ਡਰਾ ਹੈਗਾ 250 ਇਨਵੀਟੇਸ਼ਨ ਦਿੱਤੇ ਗਏ ਨੇ 813 ਪੁਆਇੰਟਸ ਦੇ ਉੱਤੇ। ਸੋ ਜੇ ਤੁਸੀਂ ਉਸ ਡਰਾ ਦੇ ਵਿੱਚ ਪਿਕ ਹੋਏ ਹੈਗੇ ਹੋ ਤੇ 6 ਤੋਂ 8 ਮਹੀਨਿਆਂ ਦੇ ਅੰਦਰ ਅੰਦਰ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਦੀ ਫਾਈਲ ਪਿਕ ਹੋ ਸਕਦੀ ਹੈ। ਸੋ ਬਟ ਜੇ ਤੁਸੀਂ PNP ਦੇ ਥਰੂ ਫੈਡਰਲ ਪ੍ਰੋਗਰਾਮ ਦੇ ਵਿੱਚ ਜਾਂਦੇ ਹੋ ਤੇ 16 ਤੋਂ 18 ਮਹੀਨੇ ਦਾ ਵੀ ਟਾਈਮ ਲੱਗ ਸਕਦਾ। ਸੋ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਸਟਰੀਮ ਦੇ ਵਿੱਚ ਕੁਆਲੀਫਾਈ ਕੀਤੇ ਹੈ। ਬਿਲਕੁਲ ਸਰ। ਤੇ ਇਸ ਤੋਂ ਬਾਅਦ ਕਿਸ਼ਨਰ ਤੋਂ ਜਿਨ੍ਹਾਂ ਦੀ ਕਾਲ ਆਈ ਸੀ ਤੇ ਉਹਨਾਂ ਨੇ ਲਗਭਗ ਸੇਮ ਹੀ ਸਵਾਲ ਪੁੱਛਿਆ ਕਿ ਫਿੰਗਰਪ੍ਰਿੰਟ ਤੇ ਮੈਡੀਕਲ ਹੋ ਚੁੱਕਿਆ, ਕਿੰਨਾ ਟਾਈਮ ਲੱਗ ਸਕਦਾ ਹੈ? ਪੇਸ਼ੈਂਸ ਰੱਖੋ ਜੀ ਐਂਡ ਤੁਹਾਨੂੰ ਵੇਟ ਕਰਨਾ ਪੈਣਾ ਆ ਬਿਕੋਜ਼ ਆਫ ਕਰੰਟ ਸਰਕਮਸਟੈਂਸਸ ਸਾਰੀ ਚੀਜ਼ਾਂ ਡਿਲੇਡ ਚੱਲ ਰਹੀਆਂ ਹੈਗੀਆਂ, ਵੀਜ਼ਾ ਸਟੈਂਪਿੰਗ ਡਿਲੇਡ ਹੈਗੀ ਹੈ। ਬਿਲਕੁਲ। ਮੈਂ ਇਸ ਤੋਂ ਪਹਿਲਾਂ ਕਿ ਬਾਕੀ ਦੇ ਕੁਐਸਚਨਸ ਪੁੱਟ ਕਰਾਂ, ਮੈਂ ਆਪਣੀ ਸਰਵਰ ਟੀਮ ਨੂੰ ਕਹਾਂਗੀ ਕਿ ਇੱਕ ਕਰਕੇ ਕਾਲਸ ਫਾਰਵਰਡ ਕਰਨੀਆਂ ਸ਼ੁਰੂ ਕਰਨ ਜਿਹੜੇ ਇਸ ਵਕਤ ਹੋਲਡ ਤੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਸਸਕੈਚੁਅਨ ਤੋਂ ਬੋਲਦਾ ਜੀ, ਰਜਾਈਨਾ ਤੋਂ। ਜੀ ਸਰ, ਦੱਸੋ ਕੀ ਸਵਾਲ ਹੈ? ਹਾਂਜੀ, ਮੇਰੇ ਨਾਲ ਸਿਸਟਰ ਆਏ ਸੀਗੇ ਵਿੱਚ ਇੱਥੇ ਤੇ ਫਿਰ ਉਹਨਾਂ ਨੇ ਇੱਥੋਂ ਅਪਲਾਇਰ ਕੋਲੋਂ ਜੌਬ ਲੈਟਰ ਲੈ ਕੇ ਫਿਰ ਉਹਨਾਂ ਦਾ ਵਰਕ ਪਰਮਿਟ ਅਪਲਾਈ ਹੋ ਗਿਆ, ਵਰਕ ਪਰਮਿਟ ਵੀ ਮਿਲ ਗਿਆ, ਕਲੋਜ਼ ਵਰਕ ਪਰਮਿਟ ਜੀ। ਉਸ ਤੋਂ ਬਾਅਦ ਫਿਰ ਉਹਨਾਂ ਦੀ PR ਫਾਈਲ ਵੀ ਸਬਮਿਟ ਕਰ ਦਿੱਤੀ ਸੀ ਅਕਤੂਬਰ ਦੇ ਵਿੱਚ। ਅਜੇ ਫਾਈਲ ਨੰਬਰ ਨਹੀਂ ਆਇਆ, ਕਿੰਨਾ ਟਾਈਮ ਲੱਗ ਸਕਦਾ ਸਰ? ਜੀ ਸਰ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਨਸਰ ਦਈਏ? ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਜੀ 16 ਤੋਂ 18 ਮਹੀਨਿਆਂ ਦਾ ਹੈਗਾ ਆ। ਸੋ ਜਸਟ ਬੀ ਪੇਸ਼ੈਂਟ। ਆਉਣਾ ਚਾਹੀਦਾ ਕਿਸੇ ਵੀ ਟਾਈਮ ਤੇ। ਅਕਤੂਬਰ ਦੇ ਵਿੱਚ ਕੀਤਾ ਸੀਗਾ, ਇਟਸ ਆਲਰੇਡੀ ਬੀਨ 2 months 2.5 months ਐਨੀਵੇ, ਵੈਰੀ ਵੈਰੀ ਕਲੋਜ਼। ਜੀ ਸ਼ੁਕਰੀਆ ਜੀ ਕਾਲ ਕਰਨ ਲਈ, ਸ਼ੁਕਰੀਆ ਜੀ ਕਾਲ ਕਰਨ ਲਈ। ਨੈਕਸਟ ਕਾਲਰ ਸਾਡੇ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ, ਇਸ ਨਿਸ਼ਾਨ ਹੈ ਫਰਮ ਪਾਕਿਸਤਾਨ। ਜੀ ਸਰ, ਦੱਸੋ ਜੀ ਕੀ ਸਵਾਲ ਹੈ ਤੁਹਾਡਾ? ਹਾਂਜੀ ਹਾਂ, ਮੇਰਾ ਇੱਕ ਕੁਐਸਚਨ ਹੈ। ਮੇਰੀ ਵਾਈਫ ਦਾ ਵਰਕ ਪਰਮਿਟ ਅਪਲਾਈ ਕੀਤਾ ਸੀ ਫॉर ਆਫਿਸ ਐਡਮਿਨਿਸਟ੍ਰੇਟਰ ਐਂਡ ਵਰਕ ਪਰਮਿਟ ਵਾਸ ਰਿਫਿਊਜ਼ਡ ਔਨ 10th of December। ਤੇ ਜੋ ਰੀਜ਼ਨ ਸੀ, the reason ਹੈ ਕਿ the applicant did not demonstrate that they meet the requirements or would be able to perform the duties for the employment they seek। Okay। ਅਸੀਂ ਤਾਂ ਉਹਨਾਂ ਨੂੰ ਜਿਹੜਾ ਜੌਬ ਪ੍ਰੀਵੀਅਸ ਜੌਬ ਇੰਪਲੋਇਮੈਂਟ ਲੈਟਰ ਸੀ ਉਹ ਪ੍ਰੋਵਾਈਡ ਕੀਤਾ, ਰੈਫਰੈਂਸ ਲੈਟਰ। ਲੇਕਿਨ ਹੋਰ ਕੀ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ ਉਹਨੂੰ ਠੀਕ ਕਰਨ ਵਾਸਤੇ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਸੈਟੀਸਫਾਈ ਕਰ ਸਕਦੇ ਹਾਂ ਜਦੋਂ ਨੈਕਸਟ ਅਸੀਂ ਨਿਊ ਐਪਲੀਕੇਸ਼ਨ ਸਬਮਿਟ ਕਰਾਂਗੇ? ਜੀ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੀ ਸਰ।
ਜਦੋਂ ਵੀ ਕੋਈ ਐਪਲੀਕੇਸ਼ਨ ਰਿਫਿਊਜ਼ ਹੁੰਦੀ ਹੈਗੀ ਹੈ ਤੇ देयर ਆਰ ਸਮ ਪ੍ਰੀ ਅੰਡਰਲਾਈਂਗ ਕੰਡੀਸ਼ਨਸ ਜਿਹਦੇ ਕਰਕੇ ਉਹ ਉਸ ਰਿਫਿਊਜ਼ਲ ਦੇ ਉੱਤੇ ਜਾਂਦਾ ਹੈਗਾ। ਸੋ देयर ਕੁਡ ਬੀ ਸਮ ਪ੍ਰੀਵੀਅਸ ਐਪਲੀਕੇਸ਼ਨ ਜਿਹੜੀ ਤੁਸੀਂ ਪੁੱਟ ਅਪ ਕੀਤੀ ਸੀਗੀ ਉਹ ਇਨਫੋਰਮੇਸ਼ਨ ਨਹੀਂ ਮੈਚ ਕੀਤੀ, ਜੇ ਖੁਦ ਕੀਤੀ ਸੀਗੀ ਤੇ that could be the one reason। ਪਹਿਲੇ ਆਪਣੀ ਇਨਫੋਰਮੇਸ਼ਨ ਪੁੱਲ ਆਊਟ ਕਰੋ ਐਂਡ ਲੈਟਸ ਹੈਵ ਅ ਲੁੱਕ ਐਟ ਇਟ ਕਿ ਕੀ ਰੀਜ਼ਨਸ ਰਹੇ ਐਂਡ ਦੈਨ ਯੂ ਪੁੱਟ ਅਪ ਅ ਐਪਲੀਕੇਸ਼ਨ ਜਿਹਦੇ ਵਿੱਚ ਸਾਰੇ ਸਬਮਿਸ਼ਨਸ ਦੇ ਵਿੱਚ ਤੁਹਾਡੇ ਕੰਸਲਟੈਂਟ ਤੁਹਾਡੇ ਲਾਇਰ ਇੱਕ ਇੱਕ ਚੀਜ਼ ਨੂੰ ਐਡਰੈਸ ਕਰਨਗੇ। ਸੋ that is how it should be put up now। ਬਿਲਕੁਲ ਸਰ, ਤੇ ਮੈਂ ਗੱਲ ਕਰ ਰਹੀ ਸੀ ਆਪਾਂ ਅੱਜ ਐਕਸਪ੍ਰੈਸ ਐਂਟਰੀ ਦੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਪਰ ਜਿਹੜਾ ਇਸ ਵਕਤ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦਾ ਡਰਾ ਨਿਕਲਿਆ ਉਹਦੇ ਵਿੱਚ ਜਿਨ੍ਹਾਂ ਨੇ ਮਲਟੀਪਲ ਐਪਲੀਕੇਸ਼ਨਸ ਲਗਾਈਆਂ ਸੀ ਕਿ ਉਹਨਾਂ ਦੇ ਵੀ ਡਰਾ ਨਿਕਲਣ ਦੇ ਚਾਂਸਸ ਹੈਗੇ। ਕਰਨ ਬੇਸਿਕਲੀ ਤੁਹਾਨੂੰ ਯਾਦ ਹੋਏਗਾ ਕਿ ਇਹ ਡਰਾ ਬੇਸਿਕਲੀ ਦਸੰਬਰ 2020 ਦੇ ਵਿੱਚ ਹੋਣਾ ਸੀਗਾ। ਉਹ ਐਸੇ ਵਾਸਤੇ ਦਸੰਬਰ 2020 ਦੇ ਵਿੱਚ ਨਹੀਂ ਹੋਇਆ ਬਿਕੋਜ਼ ਜਿਨ੍ਹਾਂ ਲੋਕਾਂ ਨੇ ਮਲਟੀਪਲ ਐਪਲੀਕੇਸ਼ਨਸ ਪੁੱਟ ਅਪ ਕੀਤੀਆਂ ਸੀ, ਇੱਕ ਐਪਲੀਕੈਂਟ ਵਾਸਤੇ 2-2 4-4 10-10 ਐਪਲੀਕੇਸ਼ਨ, ਉਸ ਕੌਂਬਿੰਗ ਨੂੰ ਟਾਈਮ ਲੱਗ ਰਿਹਾ ਸੀਗਾ। ਸੋ ਦੈਟ ਇਜ਼ ਬੀਨ ਕਾਮਡ ਆਫ। ਹੁਣ ਉਸ 10 ਦੀ ਜਗ੍ਹਾ ਸਿਰਫ ਇੱਕ ਐਪਲੀਕੇਸ਼ਨ ਵਿੱਚ ਹੈਗੀ ਹੈ। ਸੋ ਉਹ ਐਪਲੀਕੇਸ਼ਨ ਜੇ 10,000 ਦੇ ਵਿੱਚ ਪਿਕ ਹੁੰਦੀ ਹੈ ਤੇ ਚਾਂਸਸ ਹੈਗੇ ਨੇ ਉਹਨਾਂ ਦੇ ਪਿਕ ਹੋਣ ਦੇ। ਜੀ ਗੱਲ ਕਰਾਂਗੇ, ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਪ੍ਰੈਕਟੀਕਲ ਕੈਟਰੀ ਤੋਂ ਬੋਲ ਰਿਹਾ ਮੈਂ। ਸਰ ਤੋਂ ਪੁੱਛਣਾ ਸੀ, ਮੇਰੇ ਮਦਰ ਨੇ ਇੰਡੀਆ ਤੋਂ ਆਣਾ ਵਿਜ਼ਟਰ ਵੀਜ਼ਾ ਤੇ ਜੀ, ਤੇ ਉਹਨਾਂ ਨੂੰ ਕੋਈ ਪਰਮਿਸ਼ਨ ਲੈਣ ਦੀ ਤਾਂ ਲੋੜ ਹੈਗੀ ਬੈਸਟ, ਕਿਉਂਕਿ ਮੈਂ ਆਨਲਾਈਨ ਇੰਸਟਰਕਸ਼ਨਸ ਪੜ੍ਹੀਆਂ ਸੀ ਕਿ ਉਹਨਾਂ ਵਿੱਚ ਜਿਹੜੇ ਫਸਟ ਜਿਵੇਂ ਮੇਰੀ ਮਦਰ ਨੇ ਆਣਾ ਤੇ ਉਹਨਾਂ ਮੇਰਾ ਪੀਆਰ ਕਾਰਡ ਤੇ ਮੇਰਾ ਬਰਥ ਸਰਟੀਫਿਕੇਟ ਚਾਹੀਦਾ ਹੈਗਾ ਤੇ ਮੇਰੇ ਪਾਸਪੋਰਟ ਚਾਹੀਦਾ ਜਿਹੜਾ ਇੰਡੀਅਨ ਪਾਸਪੋਰਟ। ਉਹਨਾਂ ਨੂੰ ਕੋਈ ਪਰਮਿਸ਼ਨ ਆਈਆਰਸੀਸੀ ਤੋਂ ਲੈਣੀ ਪੈਂਦੀ ਹੈ ਜਿਹੜੇ ਆਪਣੇ ਪੇਰੈਂਟਸ ਨੂੰ ਨਾਲ ਲਈ ਜਾਂ ਨਹੀਂ, ਇਹ ਪੁੱਛਣਾ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਰ। परमिशन लोगे, एप्लीकेशन पुट अप करोगे, दैट इज़ अ बेटर फॉर यू। द रीज़न इज़ कि नहीं तो दिल्ली एयरपोर्ट ते तुहाडे मदर नूं काफ़ी खजल खराबी हो सकती है। सो जे परमिशन होएगी तो शी विल हैव अ स्मूथ सेलिंग। बिल्कुल जी। तो सर ਜਿਹੜੀਆਂ ਇਸ ਵਕਤ ਐਪਲੀਕੇਸ਼ਨਸ ਦਾ ਇਨਵੀਟੇਸ਼ਨ ਜਾ ਰਿਹਾ ਬਾਚੇ ਹੁਣ ਇਹ ਪ੍ਰੋਸੈਸਿੰਗ ਜਿਵੇਂ ਅਜੇ ਪਿਛਲੀਆਂ ਐਪਲੀਕੇਸ਼ਨਸ ਦਾ ਰਿਜ਼ਲਟ ਨਹੀਂ ਆ ਰਿਹਾ ਤੇ ਨਵੀਆਂ ਐਪਲੀਕੇਸ਼ਨਸ ਹੋਰ ਐਕਸੈਪਟ ਕਰ ਰਹੇ ਨੇ। ਆਉਣ ਵਾਲੇ ਟਾਈਮ 'ਚ 30,000 ਐਪਲੀਕੇਸ਼ਨਸ ਹੋਰ ਇਹਨਾਂ ਨੇ ਕਿਹਾ ਹੈ ਕਿ ਕੀਤੀਆਂ ਜਾਣਗੀਆਂ। ਪ੍ਰੋਸੈਸਿੰਗ ਦੀ ਗੱਲ ਕਰੀਏ ਤਾਂ ਪਿਛਲੀਆਂ ਐਪਲੀਕੇਸ਼ਨਸ ਦੀ ਪ੍ਰੋਸੈਸਿੰਗ ਨੂੰ ਅਜੇ ਕਿੰਨਾ ਟਾਈਮ ਲੱਗ ਰਿਹਾ? तरन एक साल ਦੇ ਵਿੱਚ ਨਾ ਹਰ ਐਪਲੀਕੇਸ਼ਨ ਨੂੰ ਹਰ ਕੈਟੇਗਰੀ ਨੂੰ ਇੱਕ ਕੋਟਾ ਦਿੱਤਾ ਜਾਂਦਾ ਹੈਗਾ। ਸੋ ਜੇ ਅਸੀਂ ਫੈਮਿਲੀ ਸਪਾਂਸਰਸ਼ਿਪ ਦੀ ਗੱਲ ਕਰੀਏ ਤਾਂ ਤਕਰੀਬਨ 50,000 ਐਪਲੀਕੇਸ਼ਨਸ ਦਾ ਕੋਟਾ ਹੈਗਾ ਆ ਫॉर 2020 ਪੈਰੈਂਟਲ ਐਂਡ ਸਪਾਊਸਲ ਐਪਲੀਕੇਸ਼ਨਸ ਨੂੰ ਮਿਲਾ ਕੇ। ਸੋ ਉਹਦੇ ਵਿੱਚ ਸਿਰਫ 10,000 ਦਾ ਕੋਟਾ ਜਿਹੜਾ ਹੈਗਾ ਪੇਰੈਂਟਸ ਵਾਸਤੇ ਰੱਖਿਆ ਗਿਆ ਸੀ, ਬਾਕੀ 40,000 ਦਾ ਕੋਟਾ ਸਪਾਊਸਸ ਐਂਡ ਫੈਮਿਲੀਜ਼ ਵਾਸਤੇ ਸੀਗਾ ਐਂਡ ਡਿਪੈਂਡੈਂਟ ਚਿਲਡਰਨ ਵਾਸਤੇ ਸੀਗਾ। ਸੋ ਇਸੇ ਤਰ੍ਹਾਂ 2021 ਦਾ ਜਿਹੜਾ ਕੋਟਾ ਉਹ ਥੋੜਾ ਜਿਹਾ ਵਧਿਆ ਹੋਇਆ ਹੈਗਾ ਜਿਹਦੇ ਵਿੱਚ 30,000 ਐਪਲੀਕੇਸ਼ਨਸ ਪੇਰੈਂਟਸ ਨੂੰ ਜਾ ਰਹੀਆਂ ਹੈ। ਜੀ ਗੱਲ ਕਰਾਂਗੇ ਇਹਦੇ ਬਾਰੇ। ਦਰਸ਼ਕ ਇੱਕ ਹੋਰ ਜੁੜ ਗਏ ਨੇ। ਹੈਲੋ ਹਾਂਜੀ ਨਮਸਤੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਜਸਪ੍ਰੀਤ ਸਿੰਘ ਬੋਲਦਾ ਕੈਲਗਰੀ ਤੋਂ। ਜੀ ਸਰ, ਕੀ ਸਵਾਲ ਹੈ ਤੁਹਾਡਾ? ਅਸੀਂ ਮੇਰੇ ਕੋਲ ਇੱਕ ਸਵਾਲ ਸੀ ਵੀ ਅਸੀਂ ਇੰਡੀਆ ਤੋਂ ਮੇਰੀ ਕਜ਼ਨ ਦਾ ਲਾਇਆ ਸੀ, ਅਸੀਂ ਫਾਈਲ ਲਾਈ ਸੀ ਕੇਅਰ ਟੇਕਰ ਲਈ ਜੀ, ਔਰ ਉਹਦੀ ਫਾਈਲ ਮਈ ਦੇ ਵਿੱਚ ਅਸੀਂ ਸਬਮਿਟ ਕੀਤੀ ਸੀ, ਉਹਦਾ ਕੋਈ ਰਿਜ਼ਲਟ ਨਹੀਂ ਆਇਆ। ਕੋਈ ਹੈ ਸੰਭਾਵਨਾ ਉਹਦੀ ਜਾਂ ਕੋਈ ਅਸੀਂ ਕਿਸ ਤਰ੍ਹਾਂ ਮੰਨੀ ਉਹਨਾਂ ਨੂੰ ਕੋਈ ਵੀ ਰਿਪਲਾਈ ਨਹੀਂ ਆਇਆ ਤੱਕ? ਜੀ ਆਪਾਂ ਟੀਵੀ ਸਕਰੀਨ ਤੇ ਆਨਸਰ ਦੇਈਏ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਨੈਕਸਟ ਕਾਲਰ ਜੁੜ ਗਏ ਨੇ। ਹੈਲੋ ਹੈਲੋ ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ? ਮੈਮ ਐਪਸਪੋਰਟ ਤੋਂ ਬੋਲ ਰਹੇ ਹਾਂ ਜੀ। ਜੀ ਦੱਸੋ ਜੀ, ਕੀ ਸਵਾਲ ਹੈ? ਮੈਮ ਕੀ ਪੁੱਛਣਾ ਸੀ, ਇੱਕ ਬੇਬੀ ਮੇਰਾ ਬੇਟਾ ਇੰਡੀਆ 'ਚ ਹੈ ਜੀ 10 ਸਾਲ ਦਾ। ਅਸੀਂ ਦੋਨੇ ਹਸਬੈਂਡ ਵਾਈਫ ਕੈਨੇਡਾ 'ਚ ਹੈ। ਉਹਦਾ ਮੈਂ ਸਕੂਲਿੰਗ ਵੀਜ਼ਾ ਅਪਲਾਈ ਕੀਤਾ ਸੀ, ਉਹਦਾ ਵੀਜ਼ਾ ਆ ਚੁੱਕਿਆ ਹੈ ਤੇ ਉਹਨੂੰ ਮੈਮ ਉਹਦਾ ਵੀਜ਼ਾ ਹੁਣ ਜਨਵਰੀ 'ਚ ਆਇਆ ਜੀ। ਉਹਨੂੰ ਜਿਵੇਂ ਹੁਣ ਕੈਨੇਡਾ ਉਹਨੂੰ ਕੋਈ ਟਰੈਵਲ ਰਿਸਟ੍ਰਿਕਸ਼ਨ ਲੈਣੀ ਪਵਾਈ ਗਿਆ ਸੀ ਕੋਈ? ਤੁਹਾਡਾ ਕੀ ਸਟੇਟਸ ਹੈਗਾ? ਸਾਡਾ ਓਪਨ ਵਰਕ ਪਰਮਿਟ, ਮੇਰਾ ਓਪਨ ਵਰਕ ਪਰਮਿਟ ਹੈ, ਵਾਈਫ ਦਾ ਵਰਕ ਪਰਮਿਟ ਹੈ। ਡਿਪੈਂਡੈਂਟ ਵਰਕ ਪਰਮਿਟ ਤੁਸੀਂ ਉਹਨਾਂ ਦੇ ਹੈਗੇ ਹੋ? ਹਾਂਜੀ, ਬਟ ਬੇਟੇ ਕੋਲੇ ਜੀ ਸਰ ਮਾਰਚ ਤੱਕ ਦਾ ਹੀ ਹੈ ਵੀਜ਼ਾ ਸਾਡਾ। ਮਾਰਚ ਨੂੰ ਤਿੰਨਾਂ ਦਾ ਐਕਸਪਾਇਰ ਹੋਣਾ, ਮੇਰਾ ਵੀ ਵਾਈਫ ਦਾ ਵੀ ਬੇਟੇ ਦਾ ਵੀ। ਜੀ ਤੁਹਾਨੂੰ ਪਹਿਲੀ ਰਿਕਮੈਂਡੇਸ਼ਨ ਤੇ ਇਹ ਹੈ ਕਿ ਆਪਣੇ ਵੀਜ਼ੇ ਦੀ LMIA ਨਵਾਂ ਲੈ ਲਓ ਤਾਂ ਕਿ ਤੁਹਾਡਾ ਵਰਕ ਪਰਮਿਟ ਐਕਸਟੈਂਡ ਹੋ ਸਕੇ ਤੁਹਾਡੀ ਵਾਈਫ ਦਾ। ਐਂਡ ਤੁਹਾਡੇ ਬੱਚੇ ਵਾਸਤੇ ਇਹੀ ਰਿਕਮੈਂਡੇਸ਼ਨ ਹੈ ਕਿ ਪਰਮਿਸ਼ਨ ਲੈ ਕੇ ਟਰੈਵਲ ਕੀਤੀ ਜਾਵੇ। ਜੀ ਸਰ ਪਰਮਿਸ਼ਨ ਅਸੀਂ 15 ਦਸੰਬਰ ਨੂੰ ਅਪਲਾਈ ਕਰਤੀ ਸੀ, ਬਟ ਉਹਦਾ ਜਿਵੇਂ ਹੁਣ ਕੋਈ ਡਿਸੀਜਨ ਆ ਨਹੀਂ ਰਿਹਾ। ਮਾਰਚ ਤੱਕ ਆਪਣਾ ਲਾਸਟ ਹੈ। ਰਿਕਮੈਂਡਡ ਇਹੀ ਹੈਗਾ ਜੀ ਕਿ ਵੇਟ ਕਰੋ ਐਂਡ ਬੀ ਪੇਸ਼ੈਂਟ। ਸ਼ੁਕਰੀਆ ਜੀ ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ। ਇਸ ਤੋਂ ਪਹਿਲਾਂ ਜਸਪ੍ਰੀਤ ਜੀ ਦੀ ਕਾਲ ਆਈ ਸੀ ਕੈਲਗਰੀ ਤੋਂ, ਜਿਹੜੇ ਪੁੱਛਣਾ ਚਾਹੁੰਦੇ ਸੀ ਕਿ ਇੰਡੀਆ ਤੋਂ ਕਜ਼ਨ ਦਾ ਉਹਨਾਂ ਨੇ ਕੇਅਰ ਟੇਕਰ ਦਾ ਲਗਾਇਆ ਸੀ ਤੇ ਕੋਈ ਰਿਪਲਾਈ ਨਹੀਂ ਅਜੇ ਤੱਕ ਆਇਆ। ਫਿਰ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਕੇਅਰ ਗਿਵਰ ਦਾ ਐਪਲੀਕੇਸ਼ਨ ਨਵੀਂ ਕੈਟੇਗਰੀ ਦੇ ਵਿੱਚ ਲੱਗ ਰਹੀਆਂ ਜਿਨ ਨਵੇਂ ਪ੍ਰੋਗਰਾਮ ਦੇ ਤਹਿਤ, ਉਹਦਾ ਜਿਹੜਾ ਪ੍ਰੋਸੈਸਿੰਗ ਟਾਈਮ ਆ ਬਹੁਤ ਵਧਿਆ ਹੋਇਆ ਹੈਗਾ। ਤੁਹਾਨੂੰ ਯਾਦ ਹੋਏਗਾ ਕਿ ਲਾਸਟ ਟਾਈਮ ਵੀ ਅਸੀਂ 2 ਪ੍ਰੋਗਰਾਮ ਪਹਿਲੇ ਅਸੀਂ ਗੱਲ ਕੀਤੀ ਸੀਗੀ ਕਿ ਸਟੈਂਡਿੰਗ ਕਮੇਟੀ ਆਫ ਇਮੀਗ੍ਰੇਸ਼ਨ ਦੇ ਵਿੱਚ ਇੱਕ MP ਨੇ ਖਾਸ ਕਰ ਇਸੇ ਚੀਜ਼ ਦੀ ਆਵਾਜ਼ ਉਠਾਈ ਕਿ ਤੁਸੀਂ 2 ਸਾਲ ਦਾ ਐਕਸਪੀਰੀਅੰਸ ਉਹਨਾਂ ਨੂੰ ਬਾਅਦ 'ਚ ਚਾਹੀਦਾ ਐਂਡ 1 ਸਾਲ ਉਹਨਾਂ ਨੂੰ ਐਪਲੀਕੇਸ਼ਨ ਲੱਗੇ ਹੋ ਗਿਆ ਤੇ ਹਾਲੇ ਵੀ ਉਹਨਾਂ ਦੀ ਐਪਲੀਕੇਸ਼ਨ ਪ੍ਰੋਸੈਸ ਨਹੀਂ ਹੋ ਰਹੀ। ਸੋ
ਅੱਜ ਦੀ ਤਰੀਕ ਦਾ ਜੇ ਪ੍ਰੋਸੈਸਿੰਗ ਟਾਈਮ ਦੀ ਗੱਲ ਕਰੀਏ ਤੇ 1 ਸਾਲ ਪਲੱਸ ਚੱਲ ਰਿਹਾ, 12 ਮਹੀਨੇ ਤੋਂ ਜ਼ਿਆਦਾ ਟਾਈਮ ਚੱਲ ਰਿਹਾ ਜੀ ਇਹਨਾਂ ਐਪਲੀਕੇਸ਼ਨ ਨੂੰ ਪ੍ਰੋਸੈਸ ਹੋਣ ਵਾਸਤੇ। ਸੋ ਵੇਟ ਐਂਡ ਵਾਚ, ਦੈਟ ਇਜ਼ ਵਾਟ ਆਈ ਕੈਨ ਰਿਕਮੈਂਡ ਜੀ। ਜੀ ਬਿਲਕੁਲ ਸਰ, ਜਿਹੜਾ ਅੱਜ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦਾ ਡਰਾ ਨਿਕਲਿਆ ਵਾ ਜਿਹਦੇ ਵਿੱਚ ਲੱਕੀ ਜਿਹੜੇ ਹੈਗੇ ਨੇ ਉਹਨਾਂ ਨੂੰ ਇਨਵੀਟੇਸ਼ਨਸ ਆ ਚੁੱਕੇ ਨੇ, ਹੁਣ ਇਸ ਤੋਂ ਬਾਅਦ ਨੈਕਸਟ ਪ੍ਰੋਸੈਸ ਕੀ ਹੋਏਗਾ ਉਹਨਾਂ ਦਾ? ਤਰਨ ਹੁਣ ਉਹਨਾਂ ਦੀ ਪੂਰੀ ਕੰਪਲੀਟ ਐਪਲੀਕੇਸ਼ਨ ਜਾਏਗੀ ਜਿਹਦੇ ਵਿੱਚ ਇੰਡੀਆ ਦੀ ਇਨਫੋਰਮੇਸ਼ਨ, ਇੱਥੋਂ ਦੀ ਇਨਫੋਰਮੇਸ਼ਨ, ਐਪਲੀਕੈਂਟਸ ਦੀ ਇਨਫੋਰਮੇਸ਼ਨ, ਉਹਨਾਂ ਦੇ ਸਾਰੀ ਡਿਟੇਲਸ ਜਾਣਗੀਆਂ। ਸੋ ਇੱਕੋ ਹੀ ਚੀਜ਼ ਕਹਿਣਾ ਚਾਹਾਂਗਾ ਕਿ ਜੇ ਤੇ ਤੁਸੀਂ ਪ੍ਰੋਫੈਸ਼ਨਲੀ ਐਪਲੀਕੇਸ਼ਨ ਪੁੱਟ ਅਪ ਕਰ ਸਕਦੇ ਹੈਗੇ ਹੋ ਆਪਣੇ ਪੇਰੈਂਟਸ, ਗ੍ਰੈਂਡ ਪੇਰੈਂਟਸ ਵਾਸਤੇ ਜਾਂ ਡਿਪੈਂਡੈਂਟ ਚਿਲਡਰਨ ਵਾਸਤੇ, ਮਤਲਬ ਡਿਪੈਂਡੈਂਟ ਭਾਈ ਭੈਣ ਜਿਹੜੇ ਤੁਹਾਡੇ ਨਾਲ ਹੈਗੇ ਨੇ ਐਪਲੀਕੇਸ਼ਨ ਦੇ ਵਿੱਚ, ਤੇ ਡੂ ਇਟ। ਅਦਰਵਾਈਜ਼ ਸੀਕ ਹੈਲਪ ਆਫ ਅ ਕੰਸਲਟੈਂਟ, ਬਿਕੋਜ਼ ਯੂ ਆਰ ਵਨ ਆਫ ਦੋਜ਼ ਲੱਕੀ ਵਨਸ ਜਿਹੜੇ 10,000 ਐਪਲੀਕੇਸ਼ਨ ਦੇ ਵਿੱਚ ਪਿਕ ਹੋਏ ਹੋ, ਕਿੰਨੇ ਹਜ਼ਾਰ ਐਪਲੀਕੇਸ਼ਨਸ ਦੇ ਵਿੱਚੋਂ। ਸੋ ਉਹ ਕਿਸੇ ਵੀ ਕੀਮਤ ਤੇ ਉਹ ਆਪਣੀ ਓਪਰਚੁਨਿਟੀ ਨੂੰ ਜ਼ਾਇਆ ਨਾ ਹੋਣ ਦਿਆ ਜਾਏ ਜਾਂ ਖਰਾਬ ਨਾ ਕਰਿਆ ਜਾਏ, ਜਾਂ ਉਹਨੂੰ ਇਸ ਮੁਕਾਮ ਤੇ ਨਾ ਲੈ ਜਾਏ ਕਿ ਉਹਦਾ ਪ੍ਰੋਸੈਸਿੰਗ ਟਾਈਮ ਬਹੁਤ ਵੱਧ ਜਾਵੇ। ਸੋ ਕੰਸਲਟੈਂਟ ਲਾਇਰ ਦੀ ਪ੍ਰੋਫੈਸ਼ਨਲ ਹੈਲਪ ਜ਼ਰੂਰ ਲਓ ਤਾਂ ਕਿ ਤੁਹਾਡੀ ਐਪਲੀਕੇਸ਼ਨ ਸਹੀ ਮੁਕਾਮ ਦੇ ਨਾਲ ਸਹੀ ਪ੍ਰੋਸੈਸ ਦੇ ਵਿੱਚ ਪ੍ਰੋਸੈਸ ਹੋ ਸਕੇ। ਬਿਲਕੁਲ ਸਰ, ਅੱਜ ਜਿਵੇਂ 7 ਤਰੀਕ ਨਾਲ ਦੇ ਨਾਲ ਜਿਹੜੀ ਟੈਸਟਿੰਗ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ, ਜਿਹੜੇ ਵੀ ਕੈਨੇਡਾ ਦੇ ਵਿੱਚ ਆਉਣਗੇ ਇਹਦੇ ਬਾਰੇ ਵਿੱਚ ਕੋਈ ਵਧੇਰੇ ਜਾਣਕਾਰੀ ਹੈ ਤੁਹਾਡੇ ਕੋਲ? ਬਿਲਕੁਲ ਤਰਨ, ਅੱਜ ਦੀ 7 ਜਨਵਰੀ ਔਨਵਰਡ ਜੋ ਵੀ ਫਲਾਈ ਕਰਕੇ ਕੈਨੇਡਾ ਲੈਂਡ ਕਰਨਗੇ ਉਹਨਾਂ ਦੇ ਕੋਲ ਟੈਸਟ ਰਿਪੋਰਟ ਹੋਣੀ ਚਾਹੀਦੀ ਹੈ ਜਿਹੜੀ 72 ਘੰਟੇ ਤੋਂ ਪਹਿਲੇ ਨਾ ਹੋਵੇ, ਮਤਲਬ ਪਿਛਲੇ 72 ਘੰਟਿਆਂ ਦੇ ਵਿੱਚ ਉਹ ਟੈਸਟ ਹੋਇਆ ਹੋਣਾ ਚਾਹੀਦਾ ਤੇ ਉਹਦੀ ਰਿਪੋਰਟ ਹੋਵੇ। ਸੋ ਆਹ ਲੇਟੈਸਟ ਅਪਡੇਟ ਹੈਗੀ ਹੈ ਐਂਡ ਅੱਜ ਤੋਂ ਬਾਅਦ ਜਿਹੜੇ ਵੀ ਲੈਂਡ ਕਰਨਗੇ ਕੈਨੇਡਾ ਦੇ ਵਿੱਚ ਉਹਨਾਂ ਦੇ ਕੋਲ ਰਿਪੋਰਟ ਲਾਜ਼ਮੀ ਹੋਣੀ ਚਾਹੀਦੀ ਹੈ, ਅਦਰਵਾਈਜ਼ ਉਹ 에ਅਰਪੋਰਟ ਤੇ ਉਹਨਾਂ ਨੂੰ ਦੇ ਵੁੱਡ ਹੈਵ ਟੂ ਗੋ ਥਰੂ ਲੋਟ ਆਫ ਹੈਸਲਸ। ਬਿਲਕੁਲ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਕਰਨ ਪੁੱਤ ਜੀ ਦੱਸੋ ਜੀ, ਕੀ ਸਵਾਲ ਹੈ, ਕਿੱਥੋਂ ਬੋਲ ਰਹੇ ਹੋ? ਅਸੀਂ 에ਅਰਪੋਰਟ ਤੋਂ ਬੋਲਦੇ ਹਾਂ। ਮੇਰੀ ਫੈਰ ਲੱਗੀ ਨੂੰ 1.5 ਸਾਲ ਹੋ ਚੱਲਿਆ ਆ ਜੀ। ਫਿਰ ਲਈ ਹਜੇ ਕੁਛ ਮੈਨੂੰ ਆਇਆ ਨਹੀਂ ਹੈਗਾ। ਮੇਰੇ ਫਿੰਗਰਪ੍ਰਿੰਟ ਵੀ ਹੋ ਗਏ ਆ, ਮੇਰਾ ਮੈਡੀਕਲ ਵੀ ਹੋ ਗਿਆ, ਮੇਰੀ ਪੁਲਿਸ ਰਿਪੋਰਟ ਵੀ ਹੋ ਗਈ ਆ, ਇੰਡੀਆ ਵਾਲੀ ਵੀ ਹੋ ਗਈ, ਇੱਥੇ ਵਾਲੀ ਵੀ ਹੋ ਗਈ ਆ ਜੀ। ਸਾਰਾ ਕੁਝ ਹੋਇਆ ਆ। ਤਾਂ ਹੁਣ ਮੈਂ ਪੀਰ ਦੀ ਵੇਟ ਕਰਦੇ ਆ ਜੀ। ਮਨੂ ਦੱਤਾ ਜੀ, ਤੁਸੀਂ ਇਹਨਾਂ ਦਾ ਸਵਾਲ ਦਾ ਜਵਾਬ ਦੇ ਰਹੇ ਹੋ। ਲਗਭਗ ਆਹੀ ਸਵਾਲ ਜੀ ਸਾਨੂੰ 2 ਜਣਿਆਂ ਨੇ ਹੋਰ ਪੁੱਛਿਆ ਸੀ ਤੇ ਸੇਮ ਹੀ ਉਹਨਾਂ ਦਾ ਰਿਪਲਾਈ ਹੈ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਪੇਸ਼ੈਂਟਲੀ ਵੇਟ ਕਰੋ ਜੀ, ਤੇ ਹਾਲਾਤ ਇਹੋ ਜਿਹੇ ਬਣ ਗਏ ਜਿਹਦੇ ਕਰਕੇ ਕਾਫੀ ਚੀਜ਼ਾਂ ਡਿਲੇਡ ਚੱਲ ਰਹੀਆਂ ਹੈਗੀਆਂ। ਬੀ ਪੇਸ਼ੈਂਟ ਐਂਡ ਹੋਪਫੁਲੀ ਸੂਨ ਤੁਹਾਨੂੰ ਕੋਈ ਨਾ ਕੋਈ ਖਬਰ ਆਣੀ ਚਾਹੀਦੀ। ਸਰ, ਪ੍ਰਾਇੋਰਟੀ ਬੇਸਿਸ ਤੇ ਇਸ ਵਕਤ ਕੇਸਿਸ ਕੀ ਫਾਈਲਸ ਚੱਲ ਰਹੀਆਂ ਨੇ ਕਿ ਜਿਹੜੀਆਂ ਕੇਸਿਸ ਨੂੰ ਇਸ ਵਕਤ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ? ਬਿਲਕੁਲ ਤਰਨ, ਇਸ ਤਰ੍ਹਾਂ ਦੀ ਵੀ ਹੈਗੀ ਹੈ ਕਿ ਪ੍ਰਾਇੋਰਟੀ ਬੇਸ ਦੇ ਉੱਤੇ ਫਾਈਲ ਪ੍ਰੋਸੈਸ ਹੋ ਰਹੀਆਂ ਹੈਗੀਆਂ ਐਂਡ ਵਿਦਿਨ ਕੈਨੇਡਾ ਫਾਈਲਸ ਥੋੜ੍ਹੀਆਂ ਜਿਹੀਆਂ ਜ਼ਿਆਦਾ ਪ੍ਰਾਇੋਰਟਾਈਜ਼ ਕੀਤੀਆਂ ਗਈਆਂ ਸੀਗੀਆਂ। ਸੋ ਜਿਹਦੇ ਕਰਕੇ ਆ ਸਾਰੀਆਂ ਫਾਈਲਸ ਪ੍ਰੋਸੈਸ ਹੋਈਆਂ। ਇੰਡੀਆ ਤੋਂ ਤੁਹਾਨੂੰ ਯਾਦ ਹੋਏਗਾ ਕਿ ਪਿੱਛੇ ਵੀ ਜਦੋਂ ਲਾਕਡਾਊਨ ਹੋਇਆ ਸੀਗਾ ਤੇ ਐਕਸਪ੍ਰੈਸ ਐਂਟਰੀ ਦੇਗਾ CC ਦੇ ਉੱਤੇ ਫੋਕਸ ਆ ਗਿਆ ਸੀਗਾ ਜਿਹਦੇ ਕਰਕੇ 432 ਤੱਕ ਡ੍ਰੌਪ ਕਰ ਗਿਆ। ਸੋ ਯੈਸ, ਲੋਕਲ ਪ੍ਰਾਇੋਰਟੀਜ਼ ਜ਼ਿਆਦਾ ਹੈਗੀਆਂ ਇਸ ਟਾਈਮ ਤੇ, ਬਟ ਹੁਣ ਵੀਜ਼ਾ ਆਫਿਸਿਸ ਖੁੱਲਣ ਕਰਕੇ ਹੁਣ ਸਾਰੀਆਂ ਫਾਈਲਸ ਪ੍ਰੋਸੈਸ ਦੇ ਵਿੱਚ ਆ ਰਹੀਆਂ ਹੈਗੀਆਂ। ਨੈਕਸਟ ਸਾਡੇ ਨਾਲ ਕਾਲਰ ਜੁੜ ਗਏ ਨੇ। ਹੈਲੋ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਅਸੀਂ ਕੈਲਗਰੀ ਤੋਂ ਬੋਲ ਰਹੇ ਹਾਂ। ਹਾਂਜੀ ਦੱਸੋ ਜੀ, ਕੀ ਸਵਾਲ ਹੈ? ਹਾਂਜੀ, ਮੈਂ ਨਾ ਮੇਰੀ ਭਾਣਜੀ ਆ, ਮੈਂ ਪਾਲੀ ਸੀ ਉਹ ਆਪਦੇ ਕੋਲੇ ਰੱਖ ਕੇ ਜੀ, ਤੇ ਵੀ ਉਹਦਾ ਮੈਂ ਕਿਸੇ ਨੋਟ ਕਰ ਸਕਦੀ ਹਾਂ, ਕੁਛ ਵੀ ਭਰ ਸਕਦੀ ਹਾਂ ਉਹਦੇ ਕੋਈ ਪੇਪਰ ਪੂਪਰ? ਸਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਉਹਨਾਂ ਨੂੰ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਜੀ ਸਰ। ਜੇ ਤੇ ਉਹ ਭਾਂਜੀ ਨੂੰ ਅਡਾਪਟ ਕੀਤਾ ਸੀਗਾ ਲੀਗਲੀ ਤੇ ਬਿਲਕੁਲ ਤੁਸੀਂ ਐਲੀਜੀਬਲ ਹੈਗੇ ਹੋ ਜੀ, ਔਰ ਜੇ ਉਹ 20 ਸਾਲ ਤੋਂ ਘੱਟ ਹੈਗੀ ਹੈ ਉਹਨੂੰ ਸਪਾਂਸਰ ਕਰਨ ਵਾਸਤੇ। ਬਟ ਜੇ ਉਹ ਅਡਾਪਟ ਨਹੀਂ ਕੀਤਾ ਸੀਗਾ ਤੇ ਉਹ ਬੱਚਾ ਆਪਣੇ ਸਟੱਡੀ ਪਰਮਿਟ ਦੇ ਬੇਸ ਦੇ ਉੱਤੇ ਜਾਂ ਜੇ ਉਹ ਜੌਬ ਕਰ ਰਹੇ ਨੇ ਤੇ ਵਰਕ ਪਰਮਿਟ ਦੇ ਬੇਸ ਤੇ ਆ ਸਕਦੇ ਨੇ, ਪ੍ਰੋਵਾਈਡਡ LMI ਲੈ ਕੇ। ਜੀ ਬਿਲਕੁਲ ਸਰ। ਟਰੈਵਲਰਸ ਦੀ ਗੱਲ ਕੀਤੀ ਜਾਵੇ ਇਸ ਵਕਤ ਹਾਲਾਂਕਿ ਅਜੇ ਵੀ ਕੁਝ ਰਿਸਟ੍ਰਿਕਸ਼ਨਸ ਹੈਗੀਆਂ ਨੇ, ਬਟ ਸਟਿਲ ਸਾਨੂੰ ਇਹ ਜ਼ਰੂਰ ਕੁਐਸਚਨਸ ਹੁੰਦੇ ਆ ਕਿ ਇਸ ਵਕਤ ਕੌਣ ਟਰੈਵਲ ਕਰ ਸਕਦਾ ਹੈ ਤੇ ਕਿਹਨਾਂ ਨੂੰ ਇਜਾਜ਼ਤ ਜਾਂ ਛੋਟ ਮਿਲੀ ਹੋਈ ਹੈ ਟਰੈਵਲ ਕਰਨ ਦੀ? ਤਰਨ, ਪਰਮਿਸ਼ਨ ਜਿਨ੍ਹਾਂ ਦੇ ਕੋਲ ਵਿਜ਼ਿਟ ਵੀਜ਼ਾ ਹੈਗਾ ਹੈ ਔਰ ਟੈਕਨੀਕਲੀ ਜਿਨ੍ਹਾਂ ਦੇ ਕੈਨੇਡੀਅਨ ਇਮੀਡੀਏਟ ਫੈਮਿਲੀ PR ਜਾਂ ਸਿਟੀਜ਼ਨ ਹੈਗੀ ਹੈ ਜਾਂ ਇਮੀਡੀਏਟ ਫੈਮਿਲੀ ਕੈਨੇਡਾ ਦੇ ਵਿੱਚ ਬੈਠੀ ਹੋਈ ਹੈਗੀ ਹੈ, ਭਾਵੇਂ ਈਵਨ ਟੈਂਪਰੇਰੀ ਵੀਜ਼ਾ ਤੇ ਵੀ ਹੈਗੇ, ਤਾਂ ਵੀ ਉਹ ਟਰੈਵਲ ਕਰ ਸਕਦੇ ਨੇ ਪਰਮਿਸ਼ਨ ਲੈ ਕੇ। ਸੋ ਬੇਸਿਕਲੀ ਅੱਜ ਦੀ ਤਰੀਕ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਸਾਡੇ ਕੋਲ ਕੁਐਰੀਜ਼ ਆ ਰਹੀਆਂ ਕਿ ਦਿੱਲੀ 에ਅਰਪੋਰਟ ਤੇ ਜਾਂ ਬਾਕੀ 에ਅਰਪੋਰਟਸ ਤੇ ਜਦੋਂ ਕੈਨੇਡਾ ਫਲਾਈਟ ਬੋਰਡ ਕਰਨੀ ਹੁੰਦੀ ਹੈ ਉੱਥੇ ਇਸ਼ੂਜ਼ ਆ ਰਹੇ ਨੇ, ਉੱਥੇ ਹੈਸਲਸ ਹੋ ਰਹੇ ਨੇ। ਸੋ ਜੇ ਪਰਮਿਸ਼ਨ ਹੋਏਗੀ ਤੇ ਤੁਹਾਡੀ ਬੋਰਡਿੰਗ ਆਸਾਨ ਹੋ ਜਾਏਗੀ, ਸਮੂਥ ਸੇਲਿੰਗ ਹੋਏਗੀ। ਜੇ ਪਰਮਿਸ਼ਨ ਨਹੀਂ ਹੋਏਗੀ ਤੇ ਤੁਸੀਂ ਵੀ ਹੋ ਸਕਦਾ ਖੱਜਲ ਖਰਾਬੀ ਦੇ ਵਿੱਚੋਂ ਲੰਘਣਾ ਪਵੇ ਤੁਹਾਨੂੰ। ਸੋ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਪਰਮਿਸ਼ਨ ਲੈ ਕੇ ਆਓਗੇ ਤੇ ਇਟ ਇਜ਼ ਆਲਵੇਜ਼ ਗੁੱਡ।
ਤੇ ਤਰਨ ਇੱਥੇ ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹਾਂਗਾ, COPR ਤੁਹਾਨੂੰ ਯਾਦ ਹੋਏਗਾ ਕਿ ਜਿਨ੍ਹਾਂ ਦੇ COPR ਕਨਫਰਮੇਸ਼ਨ ਆਫ ਪਰਮਾਨੈਂਟ ਰੈਜ਼ੀਡੈਂਸੀ ਇਸ਼ੂ ਹੋਈਆਂ ਸੀਗੀਆਂ ਐਂਡ ਬਟ ਉਹ ਟਰੈਵਲ ਨਹੀਂ ਕਰ ਸਕੇ ਬਿਕੋਜ਼ ਆਫ ਲਾਕਡਾਊਨ। ਅੱਜ ਦੀ ਤਰੀਕ ਪਹਿਲੇ ਤੱਕ ਅਸੀਂ ਕਹਿ ਰਹੇ ਸੀਗੇ ਕਿ ਉਹ ਆਪਣੀ ਐਪਲੀਕੇਸ਼ਨ ਆਪਣੇ ਵੈਬ ਫਾਰਮ ਭਰ ਕੇ ਦੁਬਾਰਾ ਐਪਲੀਕੇਸ਼ਨ ਲਗਾਉਣ ਤਾਂ ਕਿ ਉਹਨਾਂ ਨੂੰ ਉਹ ਆਣ। ਅੱਜ ਦੀ ਤਰੀਕ ਦੇ ਵਿੱਚ ਹੁਣ ਗਵਰਨਮੈਂਟ ਨੇ ਇੱਕ ਬਲੈਂਕਟ ਡਿਸੀਜਨ ਲਿੱਤਾ ਜੀ ਕਿ ਤੁਹਾਨੂੰ ਵੈਬ ਫਾਰਮ ਭਰਨ ਦੀ ਕੋਈ ਲੋੜ ਨਹੀਂ ਹੈਗੀ। ਜੇ ਤੁਹਾਡੀ ਐਪਲੀਕੇਸ਼ਨ ਪੁੱਟ ਅਪ ਹੋਈ ਸੀਗੀ, COPR ਤੁਹਾਡਾ ਐਕਸਪਾਇਰ ਹੋ ਗਿਆ ਤੇ ਆਪਣੇ ਆਪ ਉਹ ਇੱਕ ਤਰਦੀਬ ਰਾਹੀਂ ਉਹ ਨਵੇਂ COPR ਇਸ਼ੂ ਹੋਣਗੇ। ਸੋ ਉਹ ਤੁਹਾਡਾ ਵੀ ਨੰਬਰ ਜਦੋਂ ਆਏਗਾ ਤੇ ਯੂ ਵਿਲ ਆਟੋਮੈਟਿਕਲੀ ਰਿਸੀਵ ਦੈਟ COPR ਜੇ ਤੁਹਾਡਾ ਨਵਾਂ COPR ਪ੍ਰੋਵਾਈਡਡ ਤੁਹਾਡਾ ਪੁਰਾਣਾ ਐਕਸਪਾਇਰ ਹੋ ਗਿਆ ਤਾਂ। ਕਈ ਸਵਾਲ ਸਾਨੂੰ ਅਜਿਹੇ ਵੀ ਆ ਰਹੇ ਨੇ, ਖਾਸ ਤੌਰ ਤੇ ਜਿਹੜੇ ਇਸ ਵਕਤ ਇੱਥੇ ਟੈਂਪਰੇਰੀ ਵੀਜ਼ਾ ਦੇ ਉੱਤੇ ਹੈਗੇ ਨੇ, ਉਹਨਾਂ ਦਾ ਇਹ ਪੁੱਛਣਾ ਚਾਹੇ ਉਹ ਸਟੂਡੈਂਟਸ ਹੋਣ ਚਾਹੇ ਵਰਕ ਪਰਮਿਟ ਹੋਲਡਰਸ ਹੋਣ ਕਿ ਜੇ ਅਸੀਂ ਵਾਪਸ ਆਪਣੀਆਂ ਹੋਮ ਕੰਟਰੀਜ਼ ਦੇ ਵਿੱਚ ਜਾਂਦੇ ਹਾਂ ਕਿ ਸਾਨੂੰ ਵਾਪਸ ਆਉਣ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਫੇਸ ਕਰਨੀ ਪਏਗੀ। ਤਰਨ ਵੈਰੀ ਡਿਫਿਕਲਟ ਟੂ ਕਮੈਂਟ ਔਨ ਇਟ ਬਿਕੋਜ਼ ਅੱਜ ਦੀ ਸਿਚੁਏਸ਼ਨ ਕੁਝ ਹੋਰ ਹੈਗੀ ਹੈ, 2 ਹਫ਼ਤਿਆਂ ਬਾਅਦ ਸਿਚੁਏਸ਼ਨ ਕੁਝ ਹੋਰ ਹੋਏਗੀ। ਤੁਹਾਨੂੰ ਯਾਦ ਹੋਏਗਾ ਕਿ UK ਹੈਜ਼ ਗੋਨ ਇਨਟੂ ਟੋਟਲ ਲਾਕਡਾਊਨ ਫॉर few weeks now and ਅੱਜ ਵੈਡਨਸਡੇ ਰਾਤ ਤੋਂ they will go into that lockdown and ਕੱਲ ਤੋਂ ਸਕਾਟਲੈਂਡ ਚਲਾ ਗਿਆ ਹੈਗਾ। ਸੋ ਆ ਹਾਲਾਤ ਡਿਵੈਲਪਿੰਗ ਹਾਲਾਤ ਹੈਗੇ ਨੇ ਐਂਡ ਜਿਸ ਤਰ੍ਹਾਂ ਡਿਵੈਲਪ ਹੁੰਦੇ ਜਾ ਰਹੇ ਨੇ ਉਸ ਤਰ੍ਹਾਂ ਉਹ ਕੰਟਰੀ ਡਿਸੀਜਨ ਲੈਂਦੇ ਜਾ ਰਹੇ ਨੇ। ਸੋ ਆਉਣ ਵਾਲੇ 3 ਹਫ਼ਤਿਆਂ 4 ਹਫ਼ਤਿਆਂ ਬਾਅਦ ਕੀ ਪੋਜੀਸ਼ਨ ਹੋਏਗੀ ਉਹਦੇ ਬਾਰੇ ਅੱਜ ਕਮੈਂਟ ਕਰਨਾ ਥੋੜਾ ਜਿਹਾ ਡਿਫਿਕਲਟ ਹੈਗਾ ਆ। ਬਟ ਜੇ ਕੁਝ ਹਾਲਾਤ ਇਸ ਤਰ੍ਹਾਂ ਵੱਧਦੇ ਹੈਗੇ ਨੇ ਜਿਹਦੇ ਵਿੱਚ ਕੇਸਿਸ ਵੱਧ ਰਹੇ ਨੇ ਜਿਸ ਤਰ੍ਹਾਂ ਵੱਧ ਰਹੇ ਨੇ ਤੇ ਹੋ ਸਕਦਾ ਵੀ ਮਾਈਟ ਗੋ ਇਨਟੂ ਲਾਕਡਾਊਨ ਇਨ ਦੋਜ਼ ਕੰਟਰੀਜ਼। ਸੋ ਮੈਂ ਤਾਂ ਕਹੂੰਗਾ ਜੇ ਤੁਸੀਂ ਵਿਦਿਨ ਕੈਨੇਡਾ ਬੈਠੇ ਹੋਏ ਹੋ ਡੂ ਨਾਟ ਟਰੈਵਲ ਅੰਟਿਲ ਅਨਲੈਸ ਇਟ ਇਜ਼ ਰੀਅਲ ਐਕਸੀਡੈਂਸੀ। ਜੇ ਐਕਸੀਡੈਂਸੀ ਹੈਗੀ ਹੈ ਤਾਂ ਯੂ ਵੁੱਡ ਹੈਵ ਨੋ ਚੋਇਸ ਬਟ ਟੂ ਟਰੈਵਲ। ਬਟ ਜੇ ਐਕਸੀਡੈਂਸੀ ਨਹੀਂ ਹੈਗੀ ਇਟ ਇਜ਼ ਫॉर ਲੇਅਰ ਔਰ ਪਲੇਅਰ ਡੂ ਨਾਟ ਟਰੈਵਲ, ਸਟੇ ਇਨ ਕੈਨੇਡਾ, ਆਪਣੀ PR ਦੇ ਉੱਤੇ ਕੰਮ ਕਰੋ ਐਂਡ ਮੇਕ ਸ਼ੋਰ ਦੈਟ ਹੈਪਨਸ। ਸਰ ਅੱਜ ਇੱਕ ਐਕਸਪ੍ਰੈਸ ਐਂਟਰੀ ਦਾ ਵੀ ਡਰਾ ਨਿਕਲਿਆ, ਉਹ ਕਿਸ ਚੀਜ਼ ਦਾ ਡਰਾ ਸੀ ਤੇ ਕਿੰਨੀ ਜਿਹੜੀ ਐਪਲੀਕੇਸ਼ਨਸ ਇਨਵਾਈਟ ਕੀਤੀਆਂ ਗਈਆਂ ਇਹਦੇ ਬਾਰੇ ਗੱਲ ਕਰਾਂਗੇ। ਇੱਕ ਕਾਲਰ ਸਾਡੇ ਨਾਲ ਜੁੜ ਗਏ ਨੇ, ਪਹਿਲਾਂ ਉਹਨਾਂ ਦੀ ਕਾਲ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਬ੍ਰੈਂਪਟਨ ਤੋਂ ਬੋਲ ਰਹੀ ਹਾਂ ਜੀ, ਦੱਸੋ ਜੀ ਕੀ ਸਵਾਲ ਹੈ? ਮੇਰਾ ਸਵਾਲ ਹੈ ਕਿ ਮੈਂ ਤੇ ਮੇਰੇ ਹਸਬੰਡ ਇੱਥੇ ਵਰਕ ਪਰਮਿਟ ਤੇ ਆ ਸੀ ਜੀ ਤੇ ਮੈਂ ਆਪਣੀ ਮੇਰੀ ਡਿਲੀਵਰੀ ਡੇਟ ਹੈਗੀ ਆ ਫੈਬ ਤੇ ਮੈਂ ਆਪਣੇ ਮਦਰ ਇਨ ਲਾ ਨੂੰ ਬੁਲਾਉਣਾ ਚਾਹੁੰਦੀ ਸੀ, ਮਦਰ ਇਨ ਲਾ ਫਾਦਰ ਇਨ ਲਾ ਨੂੰ, ਉਹਨਾਂ ਦਾ ਰਜਿਸਟਰ ਲੱਗਿਆ ਹੋਇਆ ਜੀ ਤੇ ਉਹਦੇ ਲਈ ਮੈਨੂੰ ਕਿਹੜੇ ਡਾਕੂਮੈਂਟਸ ਚਾਹੀਦੇ ਜੀ। ਸਰ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਰ ਇਹਨਾਂ ਨੂੰ ਡਾਕਟਰ ਤੋਂ ਲੈਟਰ ਲੈ ਕੇ ਪਰਮਿਸ਼ਨ ਵਾਸਤੇ ਅਪਲਾਈ ਕਰਨਾ ਚਾਹੀਦਾ ਐਂਡ ਪਰਮਿਸ਼ਨ ਲੈ ਕੇ ਇਹਨਾਂ ਦੇ ਮਦਰ ਇਨ ਲਾ ਟਰੈਵਲ ਕਰ ਸਕਦੇ। ਬਿਲਕੁਲ ਸਰ, ਅੱਜ ਦੇ ਐਕਸਪ੍ਰੈਸ ਐਂਟਰੀ ਡਰਾ ਦੀ ਆਪਾਂ ਗੱਲ ਕਰ ਰਹੇ ਸੀ ਜਿਹੜਾ ਅੱਜ ਜਿਹੜਾ ਡਰਾ ਨਿਕਲਿਆ ਜੀ ਉਹ 813 ਪੁਆਇੰਟਸ ਤੇ ਕੱਟ ਆਫ ਤੇ ਗਿਆ। ਸੋ ਬੇਸਿਕਲੀ ਜਿਨ੍ਹਾਂ ਦੇ ਕੋਲ PNP ਸਰਟੀਫਿਕੇਟ ਸੀਗੇ ਉਹ ਇਸ ਡਰਾ ਦੇ ਵਿੱਚ ਪਿਕ ਹੋਏ ਨੇ। ਤਕਰੀਬਨ 250 ਐਪਲੀਕੇਸ਼ਨਸ ਪਿਕ ਹੋਈਆਂ ਹੈਗੀਆਂ। ਸੋ ਜੇ ਕਿਸੇ ਕੋਲ BC ਦਾ ਸੀਗਾ, ਕਿਸੇ ਐਪਲੀਕੈਂਟ ਦੇ ਕੋਲ ਅਲਬਰਟਾ ਦਾ ਸੀਗਾ, ਨੋਵਾ ਸਕੋਸ਼ੀਆ, ਨਿਊ ਬ੍ਰੰਜ਼ਵਿਕ ਦਾ ਸੀਗਾ, ਓਨਟਾਰੀਓ ਦਾ ਸੀਗਾ PNP ਸਰਟੀਫਿਕੇਟ, ਉਹ 600 ਪੁਆਇੰਟਸ ਪਲੱਸ 213 ਪੁਆਇੰਟਸ ਘੱਟੋ ਘੱਟ ਹੋਰ ਸੀਗੇ ਤੇ ਉਹਨਾਂ ਦੀ ਐਪਲੀਕੇਸ਼ਨ ਇਸ ਡਰਾ ਦੇ ਵਿੱਚ ਪਿਕ ਹੋਈ ਹੈਗੀ ਜੀ। ਬਿਲਕੁਲ ਸਰ, ਤੇ ਹੁਣ ਲਗਭਗ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ ਤੇ ਕੀ ਕਹਿਣਾ ਚਾਹੋਗੇ? ਇਸ ਵਕਤ 2021 ਚੜ ਚੁੱਕਿਆ, ਖਾਸ ਤੌਰ ਤੇ ਸਟੂਡੈਂਟਸ ਲਈ, ਇੰਟਰਨੈਸ਼ਨਲ ਸਟੂਡੈਂਟਸ ਲਈ ਪੁਆਇੰਟਸ ਹਜੇ ਘਟ ਨਹੀਂ ਰਹੇ ਹੈਗੇ। ਐਕਸਪ੍ਰੈਸ ਐਂਟਰੀ ਦੀ ਗੱਲ ਕਰੀਏ, ਜਿਹੜੇ ਵੇਟ ਕਰ ਰਹੇ ਨੇ PNP ਦੀ ਕਰ ਰਹੇ ਨੇ, ਕੀ ਕਹੋਗੇ? ਤਰਨ ਮੈਂ 3 ਚੀਜ਼ਾਂ ਜ਼ਰੂਰ ਐਡ ਕਰਨਾ ਚਾਹਾਂਗਾ। ਸਭ ਤੋਂ ਪਹਿਲਾਂ ਤਾਂ ਜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕੀਤੀ, ਇਹਨਾਂ ਬਾਰੇ ਗੱਲ ਕਰਾਂਗੇ। ਜੇ ਤੁਸੀਂ ਓਨਟਾਰੀਓ ਦੇ ਵਿੱਚ ਬੇਸਡ ਹੈਗੇ ਹੋ ਐਂਡ ਜਾਂ ਈਵਨ BC ਦੇ ਵਿੱਚ ਬੇਸਡ ਹੈਗੇ ਹੋ, ਅਲਬਰਟਾ ਦੇ ਵਿੱਚ ਬੇਸਡ ਹੈਗੇ ਹੋ, ਜੇ ਤੁਹਾਡੇ ਕੋਲ PNP ਜਾਂ LMIA ਸਟ੍ਰੇਟ ਨਜ਼ਰ ਆ ਰਿਹਾ, ਜੇ ਗ੍ਰੇਡ 12 ਕਰਕੇ ਆਏ ਹੋ ਤੇ ਥਿੰਕ ਅਬਾਊਟ ਸਟੇਇੰਗ ਇਨ ਦੈਟ ਪਲੇਸ। ਜੇ ਨਹੀਂ ਨਜ਼ਰ ਆ ਰਿਹਾ ਤੇ ਪਲਾਨ ਟੂ ਮੂਵ ਟੂ ਦੈਟ ਪ੍ਰੋਵਿੰਸ ਜਿੱਥੇ ਤੁਹਾਨੂੰ PNP ਘੱਟੋ ਘੱਟ ਆਰਾਮ ਦੇ ਨਾਲ ਹੁੰਦਾ ਨਜ਼ਰ ਆਵੇ ਆਉਣ ਵਾਲੇ 1 ਸਾਲ ਦੇ ਵਿੱਚ। ਤੇ ਜੇ ਤੁਹਾਡੇ ਕੋਲ ਜੌਬ ਹੀ ਨੌਕ ਬੀ ਦੀ ਨਹੀਂ ਹੈਗੀ ਹੈ ਤੇ ਤੁਹਾਨੂੰ ਸਮਝ ਵੀ ਨਹੀਂ ਆ ਰਿਹਾ ਬਟ ਤੁਹਾਡਾ ਇੰਪਲੋਇਰ ਸਪੋਰਟ ਕਰਨ ਵਾਸਤੇ ਤਿਆਰ ਹੈ ਤੇ LMIA ਜ਼ਰੂਰ ਐਕਸਟੈਂਸ਼ਨ ਲਓ ਬਿਕੋਜ਼ 50 ਪੁਆਇੰਟਸ ਵੀ ਕਈ ਵਾਰੀ ਬੜੀ ਮੈਟਰ ਕਰ ਜਾਂਦੇ ਨੇ। ਬਟ ਜੇ ਤੁਹਾਡੇ ਕੋਲ ਨਾ ਇੰਪਲੋਇਰ ਹੈਗਾ ਨਾ ਜੌਬ ਹੈਗੀਆਂ ਤੇ ICC ਇਮੀਗ੍ਰੇਸ਼ਨ ਦੇ ਕੋਲ ਕੁਝ ਇੱਕ ਓਪਨਿੰਗਸ ਹਸਪਿਟੈਲਿਟੀ ਸੈਕਟਰ ਦੀਆਂ ਨੋਵਾ ਸਕੋਸ਼ੀਆ, ਨਿਊ ਬ੍ਰੰਜ਼ਵਿਕ ਐਂਡ ਨਿਊ ਫਾਊਂਡਲੈਂਡ ਦੀਆਂ ਹੈਗੀਆਂ। ਉੱਥੇ ਆ ਜਿਹੜੇ ਇੰਪਲੋਇਰਸ ਹੈਗੇ ਨੇ ਦੇ ਆਰ ਡੈਜ਼ਿਗਨੇਟਿਡ ਇੰਪਲੋਇਰਸ। ਆਪਣਾ CV ਸਾਨੂੰ ਫਾਰਵਰਡ ਕਰੋ, ਤੁਹਾਡੀ ਇੰਟਰਵਿਊ ਹੋਏਗੀ। ਜੇ ਤੁਹਾਡੀ ਇੰਟਰਵਿਊ ਕਲੀਅਰ ਹੁੰਦੀ ਹੈ ਗੋ ਐਂਡ ਸਟਾਰਟ ਵਰਕਿੰਗ ਵਿਦ ਦੈਟ ਇੰਪਲੋਇਰ ਔਨ ਦਾ 15th ਡੇ ਬਿਕੋਜ਼ 14 ਦਿਨ ਦਾ ਕੁਆਰੰਟਾਈਨ ਹੈਗਾ, 15ਵੇਂ ਦਿਨ ਤੁਸੀਂ ਜੌਬ ਸ਼ੁਰੂ
ਸ਼ੁਰੂ ਕਰ ਸਕਦੇ ਹੋ ਐਂਡ ਇਸ ਓਪਰਚੁਨਿਟੀ ਨੂੰ ਮਿਸ ਨਾ ਕਰੋ ਬਿਕੋਜ਼ ਅੱਗੇ ਤੇ ਹੁਣ ਜਿਸ ਤਰ੍ਹਾਂ ਹਾਲਾਤ ਚੇਂਜ ਹੋ ਰਹੇ ਨੇ ਮੈਂ ਆਪਣੇ ਕਾਲਰ ਨੂੰ ਕਹਾਂਗੀ 1 ਮਿੰਟ ਲਈ ਪਲੀਜ਼ ਹੋਲਡ ਕਰਿਓ ਲਾਕਡਾਊਨ ਹੁੰਦੇ ਨਜ਼ਰ ਆ ਰਹੇ ਨੇ ਸੋ ਡੂ ਨਾਟ ਮਿਸ ਦਿਸ ਓਪਰਚੁਨਿਟੀਜ਼ ਬਟ ਜੇ ਇੱਥੇ ਤੁਸੀਂ ਇੰਪਲੋਇਰ ਦੇ ਨਾਲ ਕੰਮ ਕਰ ਰਹੇ ਹੋ ਪੂਰੀ ਸਿੰਸੀਅਰਿਟੀ ਓਨੈਸਟੀ ਨਾਲ ਕੰਮ ਕਰੋ ਤਾਂ ਕਿ ਤੁਹਾਡਾ ਇੰਪਲੋਇਰ ਇੱਥੇ ਪੀਐਨਪੀ ਜਾਂ ਐਲਐਮਆਈਏ ਵਾਸਤੇ ਤੁਹਾਨੂੰ ਹੈਲਪ ਜ਼ਰੂਰ ਕਰੇ ਬਟ ਉਹਨਾਂ ਦੀ ਐਲੀਜੀਬਿਲਿਟੀ ਜ਼ਰੂਰ ਚੈੱਕ ਕਰ ਲਓ ਕਿ ਉਹ ਪੀਐਨਪੀ ਜਾਂ ਐਲਐਮਆਈਏ ਵਾਸਤੇ ਐਲੀਜੀਬਲ ਵੀ ਹੈਗੇ ਨੇ ਜਾਂ ਨਹੀਂ ਹੈਗੇ ਸੋ ਇਨਫੋਰਮੇਸ਼ਨ ਲੈਣ ਵਾਸਤੇ ਯੂ ਕੈਨ ਆਲਵੇਜ਼ ਰੀਚ ਅਸ ਆਊਟ ਐਟ 9054612424 ਨਾਲ ਦੀ ਨਾਲ ਤਰਨ ਮੈਂ ਓਕੇ ਪਹਿਲੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਕੈਲਗਰੀ ਤੋਂ ਬੋਲਦਾ ਜੀ ਸਰ ਕੀ ਸਵਾਲ ਹੈ ਤੁਹਾਡਾ ਸਾਡਾ ਸਵਾਲ ਇਹ ਹੈ ਜੀ ਅਸੀਂ ਇੱਕ ਮੇਰਾ ਕਜ਼ਨ ਬ੍ਰਦਰ ਸੀਗਾ ਸਰ ਪਹਿਲਾਂ ਆਪਣੇ ਟੀਵੀ ਸਕਰੀਨ ਦੀ ਆਵਾਜ਼ ਨੂੰ ਥੋੜਾ ਜਿਹਾ ਘੱਟ ਕਰ ਦਿਓ ਅੱਛਾ ਜੀ ਜੀ ਅਸੀਂ ਉਹਨਾਂ ਨੂੰ ਇੱਧਰ ਬੁਲਾਉਣਾ ਚਾਹੁੰਦੇ ਹਾਂ ਕਿਸੇ ਮਤਲਬ ਵਿੱਚ ਵਿਜ਼ਟਰ ਬੇਸ ਤੇ ਜਾਂ ਕਿਸੇ ਪ੍ਰੋਸੀਜਰ ਨਾਲ ਇੱਧਰ ਉਹ ਆ ਸਕਦਾ ਕਿ ਸਰ ਤੁਹਾਡੇ ਬ੍ਰਦਰ ਕੀ ਕਰਦੇ ਨੇ ਜੀ ਬਿਜ਼ਨਸ ਦੇ ਵਿੱਚ ਹੈਗੇ ਨੇ ਜੌਬ ਦੇ ਵਿੱਚ ਹੈਗੇ ਨੇ ਵਾਈ ਕਰਦੇ ਨੇ ਕੀ ਕਰਦੇ ਨੇ ਉਹ ਸਾਰੀ ਚੀਜ਼ਾਂ ਉਹਦੇ ਤੇ ਡਿਪੈਂਡ ਕਰਨਗੀਆਂ ਜੀ ਨਹੀਂ ਉਹ ਉੱਥੇ ਮਤਲਬ ਖੇਤੀ ਕਰਦਾ ਖੇਤੀ ਕਰਦੇ ਨੇ ਜੀ ਖੇਤੀ ਕਰਦੇ ਜੇ ਬਿਲਕੁਲ ਖੇਤੀ ਕਰਦੇ ਨੇ ਤੇ ਉਹਨਾਂ ਵਾਸਤੇ ਬਹੁਤ ਸਾਰੇ ਪ੍ਰੋਗਰਾਮ ਹੈਗੇ ਨੇ ਜੀ ਜੇ ਉਹ ਇੱਥੇ ਸਟ੍ਰੇਟ ਫਾਰਮ ਖਰੀਦਣਾ ਚਾਹਣ ਉਹ ਵਰਕ ਪਰਮਿਟ ਤੇ ਵੀ ਆ ਸਕਦੇ ਨੇ ਇੱਥੇ ਆ ਕੇ ਫਾਰਮ ਵਰਕਰ ਦਾ ਐਲਐਮਆਈਏ ਲੈ ਕੇ ਕੰਮ ਵੀ ਕਰ ਸਕਦੇ ਨੇ ਐਂਡ ਪੀਆਰ ਵਾਸਤੇ ਐਲੀਜੀਬਲ ਵੀ ਹੋ ਸਕਦੇ ਨੇ ਜੇ 12ਵੀਂ ਕੀਤੀ ਹੋਵੇ ਤੇ 4 ਬੈਂਡ ਲੈਣ ਜੋਗੇ ਹੋਣ ਚ ਨਹੀਂ ਬਾਹਰ ਵੀ ਤਾਂ ਨਹੀਂ ਕਰੀ ਹੋਈ ਜੀ ਜੀ ਜੇ ਨਹੀਂ ਹੈਗੀ ਤਾਂ ਸਿਰਫ ਵਰਕ ਪਰਮਿਟ ਹੋ ਸਕਦਾ ਜੀ ਜੀ ਥੈਂਕ ਯੂ ਸ਼ੁਕਰੀਆ ਜੀ ਕਾਲ ਜੀ ਸ਼ੁਕਰੀਆ ਜੀ ਵਰਕ ਪਰਮਿਟ ਲੈ ਕੇ ਫਿਰ ਉਧਰੋਂ ਬੁਲਾ ਸਕਦੇ ਨਹੀਂ ਭਾਜੀ ਐਲਐਮਆਈਏ ਹੁੰਦਾ ਆ ਪਹਿਲੇ ਤੁਹਾਨੂੰ ਇੰਪਲੋਇਰ ਚਾਹੀਦਾ ਇੱਥੇ ਜਿਹੜਾ ਐਲਐਮਆਈਏ ਦੇਣ ਵਾਸਤੇ ਤਿਆਰ ਹੋਵੇ ਜਿਨ੍ਹਾਂ ਨੂੰ ਲੱਗਦਾ ਹੋਵੇ ਕਿ ਆਪ ਮੇਰੇ ਕੋਲ ਆ ਕੇ ਕੰਮ ਕਰ ਸਕਦੇ ਨੇ ਜੀ ਸ਼ੁਕਰੀਆ ਜੀ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸਰ ਆਪਾਂ ਗੱਲਬਾਤ ਕਰ ਰਹੇ ਸੀ ਸਟੂਡੈਂਟਸ ਤੋਂ ਬਾਅਦ ਤੁਸੀਂ ਗੱਲ ਕਰ ਰਹੇ ਸੀ ਤਰਨ ਮੈਂ ਦੋ ਚੀਜ਼ਾਂ ਹੋ ਜਿਸ ਤਰ੍ਹਾਂ ਹੁਣ ਫਾਰਮ ਵਰਕਰਸ ਦੀ ਗੱਲ ਆ ਗਈ ਜਿੰਨੇ ਵੀ ਫਾਰਮ ਵਰਕਰਸ ਇਸ ਟਾਈਮ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗੇ ਨੇ ਭਾਵੇਂ ਤੁਸੀਂ ਫਾਰਮ ਵਰਕਰ ਫਾਰਮ ਲੇਬਰ ਫਾਰਮ ਸੁਪਰਵਾਈਜ਼ਰ ਮੀਟ ਕਟਰ ਦੇ ਤੌਰ ਤੇ ਕੰਮ ਕਰ ਰਹੇ ਹੋ ਤੇ ਤੁਹਾਡੇ ਕੋਲ ਓਪਰਚੁਨਿਟੀਜ਼ ਅੱਜ ਦੀ ਤਰੀਕ ਦੇ ਵਿੱਚ ਹੈਗੀਆਂ ਪਾਇਲਟ ਪ੍ਰੋਗਰਾਮ ਦੇ ਵਿੱਚ ਜਾਣ ਦੀਆਂ ਐਂਡ ਇਹ ਜਿਹੜਾ ਪਾਇਲਟ ਹੈਗਾ ਆ ਲਿਮਿਟਿਡ ਟਾਈਮ ਵਾਸਤੇ ਹੈਗਾ ਆ ਐਂਡ ਇਟ ਲਿਮਿਟਿਡ ਸੀਟਸ ਵੀ ਇਹਦੇ ਵਿੱਚ ਲਿਮਿਟਿਡ ਹੈਗੀਆਂ ਸੋ ਇਹ ਓਪਰਚੁਨਿਟੀ ਜਿਹੜੀ ਤੁਹਾਡੇ ਕੋਲ ਹੈਗੀ ਹੈ ਨਾ ਇਹਨੂੰ ਗ੍ਰੈਬ ਕਰੋ ਇਹਨੂੰ ਜਾਣ ਨਾ ਦਿਓ ਬਿਕੋਜ਼ ਇਹ ਪਾਇਲਟ ਦੀ ਜਿਹੜੀ ਨੰਬਰ ਆਫ ਐਪਲੀਕੇਸ਼ਨ ਜਿਹੜੀਆਂ ਟੋਟਲ ਐਕਸੈਪਟ ਹੋਣੀਆਂ ਉਹ ਲਿਮਿਟਿਡ ਹੈਗੀਆਂ ਸੋ ਗ੍ਰੈਬ ਦਿਸ ਓਪਰਚੁਨਿਟੀ ਇਹਨੂੰ ਜਾਣ ਨਾ ਦਿਓ ਬਿਕੋਜ਼ ਜਿਹੜੀ ਓਪਰਚੁਨਿਟੀ ਇੱਕ ਵਾਰੀ ਨਿਕਲ ਜਾਂਦੀ ਨਾ ਉਹ ਬਾਅਦ ਚੋਂ ਬੰਦਾ ਰਿਪੈਂਡ ਕਰਦਾ ਹੈ ਕਿ ਮੈਂ ਉਸ ਵੇਲੇ ਅਪਲਾਈ ਕਰ ਦਿੰਦਾ ਨਾਲੇ ਇਹਦੇ ਵਿੱਚ ਤਾਂ ਤੁਹਾਨੂੰ ਸਿਰਫ ਗ੍ਰੇਡ 12 ਚਾਹੀਦਾ ਹੈਗਾ ਜੇ ਗ੍ਰੇਡ 12 ਤੇ 4 ਬੈਂਡ ਦੇ ਨਾਲ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਹੁੰਦੀ ਹੈ ਕੈਨੇਡਾ ਦੀ ਤੇ ਤੁਹਾਨੂੰ ਹੋਰ ਇਸ ਤੋਂ ਵੱਡੀ ਕੀ ਓਪਰਚੁਨਿਟੀ ਚਾਹੀਦੀ ਹੈਗੀ ਹੈ ਐਂਡ ਇਹਦੇ ਨਾਲ ਜਿਹੜੇ ਸਾਡੇ ਰਿਫਿਊਜੀ ਹੈਗੇ ਨੇ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗੇ ਨੇ ਐਂਡ ਹੈਲਥ ਕੇਅਰ ਸੈਕਟਰ ਦੇ ਵਿੱਚ ਕੰਮ ਕਰ ਰਹੇ ਹੋ ਤੁਹਾਡੇ ਵਾਸਤੇ ਵੀ ਇਹ ਪਾਇਲਟ ਚੱਲ ਰਿਹਾ ਹੈਗਾ ਇਹਦੀ ਵੀ ਓਪਰਚੁਨਿਟੀ ਤੁਹਾਡੇ ਵਾਸਤੇ ਇੱਕ ਬੂਨ ਸਮਝ ਕੇ ਸਮਝੋ ਕਿ ਰੱਬ ਨੇ ਤੁਹਾਨੂੰ ਇੱਕ ਇੱਛਾ ਦੇ ਦਿੱਤੀ ਹੈਗੀ ਸੋ ਇਹਨੂੰ ਬਿਕੋਜ਼ ਰਿਫਿਊਜੀ ਤੇ ਐਕਸੈਪਟ ਹੋਏਗਾ ਨਹੀਂ ਹੋਏਗਾ ਡਿਪੈਂਡ ਕਰੇਗਾ ਬਟ ਆਹ ਓਪਰਚੁਨਿਟੀ ਤੇ ਤੁਹਾਨੂੰ ਸਰਕਾਰ ਨੇ ਦਿੱਤੀ ਹੈਗੀ ਹੈ ਸੋ ਗ੍ਰੈਬ ਦਿਸ ਓਪਰਚੁਨਿਟੀ ਸੋ ਇਨਫੋਰਮੇਸ਼ਨ ਦੋਨਾਂ ਪ੍ਰੋਗਰਾਮ ਬਾਰੇ ਕੀ ਸਟੂਡੈਂਟ ਹੈਗੇ ਤੇ ਜੌਬ ਬਾਰੇ ਚਾਹੀਦੀ ਹੈ ਤੇ ਆਈਸੀਸੀ ਨਾਲ ਕੰਟੈਕਟ ਕਰੋ ਸਾਡਾ ਫੋਨ ਨੰਬਰ ਹੈਗਾ ਜੀ 9054612424 ਬਿਲਕੁਲ ਜੀ ਸ਼ੁਕਰੀਆ ਸਰ ਆਪਣੀ ਜਾਣਕਾਰੀ ਸਾਂਝੀ ਕਰਨ ਲਈ ਤੇ ਨਾਲੇ ਸਾਨੂੰ ਅੱਜ ਕਾਫੀ ਦਰਸ਼ਕਾਂ ਨੇ ਸਵਾਲ ਵੀ ਕੀਤੇ ਸੀ ਕਈਆਂ ਦੀ ਅਸੀਂ ਕਾਲਸ ਨਹੀਂ ਲੈ ਪਾਏ ਸਮਾਂ ਸਾਡੇ ਕੋਲ ਘੱਟ ਸੀ ਸੋ ਉਮੀਦ ਕਰਦੇ ਹਾਂ ਜੀ ਤੁਹਾਨੂੰ ਕਈਆਂ ਨੂੰ ਆਪਣੇ ਸਵਾਲਾਂ ਦੇ ਜਵਾਬ ਵੀ ਨਾਲ ਦੀ ਨਾਲ ਮਿਲ ਗਏ ਹੋਣੇ ਆ ਪ੍ਰੋਗਰਾਮ ਦੇ ਵਿੱਚ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹੁੰਦੇ ਹਾਂ ਭਰੋਸੇਮੰਦ ਕੰਸਲਟੈਂਟ ਨੂੰ ਆਪਣੇ ਨਾਲ ਜੋੜੀਏ ਸੋ ਤੁਸੀਂ ਆਈਸੀਸੀ ਇਮੀਗ੍ਰੇਸ਼ਨ ਤੋਂ ਕੋਈ ਵੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਮੈਨੂੰ ਦੱਤਾ ਜੀ ਦੇ ਨੰਬਰਸ ਦੇ ਉੱਤੇ ਕਾਲ ਕਰ ਸਕਦੇ ਹੋ ਜੋ ਕਿ ਉਹਨਾਂ ਦੀ ਸਕਰੀਨ ਦੇ ਨੀਚੇ ਨਾਮ ਦੇ ਨੀਚੇ ਲਿਖੇ ਹੋਏ ਨੇ ਸਰ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ ਤਰਨ ਇੱਕੋ ਚੀਜ਼ ਜੀ ਬਿਕੋਜ਼ ਜਦੋਂ ਪ੍ਰੋਗਰਾਮ ਤੇ ਅਸੀਂ ਬੈਠੇ ਹੁੰਦੇ ਹਾਂ ਤੇ ਤੁਹਾਡਾ ਕੇਸ ਅਸੀਂ ਲੈਂਥ ਦੇ ਵਿੱਚ ਡਿਸਕਸ ਨਹੀਂ ਕਰ ਸਕਦੇ ਇੱਕ ਜਾਂ ਦੋ ਸਵਾਲ ਦੀ ਜਵਾਬ ਜ਼ਰੂਰ ਦੇ ਸਕਦੇ ਹਾਂ ਐਂਡ ਉਹ ਵੀ ਜੈਨਰਿਕ ਆਨਸਰਸ ਤੁਹਾਨੂੰ ਪ੍ਰੈਜ਼ੈਂਟ ਕਰ ਸਕਦੇ ਹਾਂ ਬਟ ਜੇ ਤੁਸੀਂ ਸਪੈਸੀਫਿਕ ਕੇਸ ਸਪੈਸੀਫਿਕ ਕੁਐਰੀ ਆਪਣੇ ਨਾਲ ਡਿਸਕਸ ਕਰਨਾ ਚਾਹੁੰਦੇ ਹੋ ਆਪਣੀ ਸਾਰੀ ਓਪਰਚੁਨਿਟੀਜ਼ ਡਿਸਕਸ ਕਰਨਾ ਚਾਹੁੰਦੇ ਹੋ ਤੇ ਸਾਡੇ ਇਟ ਇਜ਼ ਬੈਟਰ ਕਿ ਤੁਸੀਂ ਸਾਡੇ ਆਫਿਸ ਕਾਲ ਕਰੋ ਪੇਡ ਕੰਸਲਟੇਸ਼ਨ ਲਓ ਪੇਡ ਕੰਸਲਟੇਸ਼ਨ ਲੈ ਕੇ ਅਸੀਂ ਤੁਹਾਡੇ ਨਾਲ 15-20 ਮਿੰਟ ਅੱਧਾ ਘੰਟਾ ਤੁਹਾਡੇ ਨਾਲ ਪੂਰਾ ਇਨਵੈਸਟ ਕਰਦੇ ਹਾਂ ਤੁਹਾਡੇ ਸਾਰੇ ਐਸਪੈਕਟਸ ਤੋਂ ਕਿਹੜਾ ਪ੍ਰੋਗਰਾਮ ਤੁਹਾਡੇ ਵਾਸਤੇ ਬੈਸਟ ਸੂਟਡ ਰਹੇਗਾ ਉਹ ਡਿਸਕਸ ਕਰਦੇ ਹਾਂ ਤੁਹਾਡੀ ਓਪਰਚੁਨਿਟੀਜ਼ ਡਿਸਕਸ ਕਰਦੇ ਹਾਂ ਕਿੱਥੇ ਤੁਹਾਨੂੰ ਲੈਕਿੰਗ ਹੋ ਰਹੀ ਹੈ ਉਹ ਕਿਸ ਤਰ੍ਹਾਂ ਕਵਰ ਕੀਤੀ ਜਾ ਸੀ ਉਹ ਡਿਸਕਸ ਕਰਦੇ ਹਾਂ ਸੋ ਗੋ ਫॉर दैट ਐਂਡ ਉਹਦੇ ਬਾਅਦ ਜੇ ਫਿਰ ਵੀ ਤੁਹਾਨੂੰ ਲੱਗੇ ਕਿ ਕੱਲ ਨੂੰ ਅਸੀਂ ਸਰਵਿਸ ਲੈਣੀ ਜਦੋਂ ਸਰਵਿਸਿਜ਼ ਲੋਗੇ ਤੇ ਆ ਜਿਹੜੀ ਫੀਸ ਤੁਸੀਂ ਪੇ ਕੀਤੀ ਕੰਸਲਟੇਸ਼ਨ ਆ ਤੁਹਾਡੀ ਐਡਜਸਟ ਹੋ ਜਾਏਗੀ ਸੋ ਦੈਟ ਇਜ਼ ਹਾਊ ਵੀ ਵਰਕ ਇਸੇ ਤਰ੍ਹਾਂ ਤੁਸੀਂ ਇੰਡੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਮਿਡਲ ਈਸਟ ਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਕਿਤੇ ਵਿੱਚ ਵੀ ਬੈਠੇ ਹੋਏ ਹੋ ਕਿਹੜੀ ਕੰਟਰੀ ਦੇ ਵਿੱਚ ਵੀ ਬੈਠੇ ਹੋਏ ਹੋ ਐਂਡ ਓਪਰਚੁਨਿਟੀਜ਼ ਦੇਖ ਰਹੇ ਹੋ ਕੈਨੇਡਾ ਦੇ ਵਿੱਚ ਤੇ ਆਈਸੀਸੀ ਇਮੀਗ੍ਰੇਸ਼ਨ ਨਾਲ ਕੰਟੈਕਟ ਕਰੋ ਵੀ ਕੈਨ ਅਸਿਸਟ ਯੂ ਵੀ ਕੈਨ ਗਾਈਡ ਯੂ ਐਂਡ ਵੀ ਕੈਨ ਸਭ ਤੋਂ ਇੰਪੋਰਟੈਂਟ
ਇੰਪੋਰਟੈਂਟ ਵੀ ਕੈਨ ਗਿਵ ਯੂ ਅ ਵੈਰੀ ਸਟ੍ਰੇਟ ਫਾਰਵਰਡ ਐਡਵਾਈਸ ਜਿਹੜੀ ਚੀਜ਼ ਵਰਕ ਕਰ ਸਕਦੀ ਹੈ ਵੀ ਵਿਲ ਲੈਟ ਯੂ ਨੋ ਅਸੀਂ ਕਈ ਵਾਰੀ ਲੋਕੀ ਸਾਨੂੰ ਕਹਿੰਦੇ ਨੇ ਕਿ ਯੂ ਆਰ ਟੂ ਰੂਡ ਵੀ ਆਰ ਨਾਟ ਰੂਡ ਬਿਕੋਜ਼ ਤੁਸੀਂ ਸਾਡੇ ਕੋਲ ਆਹੀ ਕੰਸਲਟੇਸ਼ਨ ਸਟ੍ਰੇਟ ਫਾਰਵਰਡ ਐਡਵਾਈਸ ਵਾਸਤੇ ਰਹੇ ਹੋ ਜੇ ਮਿੱਠੀ ਗੋਲੀਆਂ ਲੈਣੀਆਂ ਤੇ ਫਿਰ ਇੰਡੀਆ ਦੇ ਵਿੱਚ ਬਹੁਤ ਸਾਰੇ ਕੰਸਲਟੈਂਟ ਬੈਠੇ ਹੋ ਤੁਸੀਂ ਉਹਨਾਂ ਤੋਂ ਮਿੱਠੀ ਗੋਲੀਆਂ ਲੈ ਸਕਦੇ ਹੋ ਸਾਡੇ ਕੋਲ ਆ ਰਹੇ ਹੋ ਫॉर ਅ ਸਟ੍ਰੇਟ ਫਾਰਵਰਡ ਐਂਡ ਟ੍ਰਾਂਸਪੇਰੈਂਟ ਐਡਵਾਈਸ ਐਂਡ ਆਪਸ਼ਨਸ ਲੱਭਣ ਵਾਸਤੇ ਉਹ ਆਪਸ਼ਨਸ ਅਸੀਂ ਸਟ੍ਰੇਟ ਫਾਰਵਰਡ ਤੁਹਾਨੂੰ ਸੁਜੈਸਟ ਕਰਦੇ ਹਾਂ ਬਿਲਕੁਲ ਜੀ ਸ਼ੁਕਰੀਆ ਬਹੁਤ ਬਹੁਤ ਸਰ ਸਾਡੇ ਪ੍ਰੋਗਰਾਮ ਚ ਆਉਣ ਲਈ ਤੇ ਸਮਾਂ ਦੇਣ ਲਈ ਥੈਂਕ ਯੂ ਵੈਰੀ ਮਚ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦਾ ਸਾਡਾ ਇਹ ਜਿਹੜਾ ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ ਹੈ ਇਹ ਟੋਰਾਂਟੋ ਸਮੇਂ ਦੇ ਮੁਤਾਬਿਕ 3 ਵਜੇ ਤੋਂ ਲੈ ਕੇ 4 ਵਜੇ ਤੱਕ ਚੱਲਦਾ ਹੈ ਜੇ ਇਸ ਤੋਂ ਇਲਾਵਾ ਅੱਗੇ ਪਿੱਛੇ ਤੁਸੀਂ ਟਾਈਮ ਦੇ ਅਕੋਰਡਿੰਗ ਇਸ ਨੂੰ ਦੇਖ ਰਹੇ ਹੋ ਤਾਂ ਉਸ ਟਾਈਮ ਇਹ ਰਿਕਾਰਡਡ ਪ੍ਰੋਗਰਾਮ ਹੁੰਦਾ ਸੋ 3 ਤੋਂ ਲੈ ਕੇ 4 ਵਜੇ ਦੇ ਵਿੱਚ ਲਾਈਵ ਪ੍ਰੋਗਰਾਮ ਹੁੰਦਾ ਉਸ ਟਾਈਮ ਤੁਸੀਂ ਇਹ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਤੋਂ ਬਾਅਦ 4 ਵਜੇ ਮਰਗਿੰਦ ਨਾਚੀ ਹਾਜ਼ਰ ਹੋ ਰਹੇ ਨੇ ਲੈ ਕੇ ਪ੍ਰੋਗਰਾਮ ਹਮਦਰਦ ਟਾਊਨ ਹਾਲ ਤੇ 6 ਤੋਂ ਲੈ ਕੇ 7 ਵਜੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਜੀ ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਫਿਲਹਾਲ ਦਿਓ ਇਜਾਜ਼ਤ ਦੇਖਦੇ ਰਹੋ ਹਮਦਰਦ ਟੀਵੀ ਸਤਿ ਸ਼੍ਰੀ ਅਕਾਲ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ